श्लोक महला पहला। और शरीक होवै कोई तेरा, तिस आगै तुध आखां, तुध आगै तुधै सालाही। मैं अंधे नाऊं सुजाखा, जेता आखन शाही शब्दी। भाख्या भाए सुभाई, नानक बहुता एहो आखन, सब तेरी बढ़ियाई। महला पहला। जाना स्या क्या चाकरी, जा जमे क्या कार। सब कारण करता करे, देखे बारो बार। जे चुपै जे मंगै, दात करे दातार। एक दाता सब मंगते, फिर देखें आकार। नानक एवं जानिए, जीवै देवनहार। पौड़ी। नाई मन्य सुरत उपजै, नामे मत होई। नाई मन्य गुण उच्चरै, नामे सुख हो सोई। नाई मन्य भ्रम कटियै, फिर दुख न होई। नाई मन्य सालाहियै, पापां मत धोई। नानक पूरे गुर ते नाऊं मनियै, जिन देवै सोई। श्लोक महला पहला। शास्त्र वेद पुराण पढ़ंता, पुकारंता अजानंता। जां पूजै तां सूझै सोई, नानक आखै कूट न होई। महला पहला। जां हूँ तेरा तां सब किश मेरा, हूँ नाहीं तू होवै। आपे शक्ता आपे सुरता, शक्ति जगत परोवै। आपे भेजे आपे सदे, रचना रच रच लिखै। नानक सच्चा सच्ची नाई, सच पवै तुर लिखै। पौड़ी। नाम निरंजन अलख है, क्यों लखिया जाई। नाम निरंजन नाल है, क्यों पाइयै भाई। नाम निरंजन वरतदा, रविया सब ठाई। गुर पूरे ते पाइयै, हिरदै देख दिखाई। नानक नदरी कर्म होए, गुर मिलियै भाई। गुर पूरे ते पाइयै, दोबारा पाठ। गुर पूरे ते पाइयै, हिरदै दे दिखाई। नानक नगरी कर्म होए, गुर मिलियै भाई। श्लोक महला पहला। काल होई कुत्ते मोही, खाज हुआ मुरदार। कूड़ बोल बोल भौंकना, झूठा धर्म विचार। जिन जीवंदिया पत नहीं, मोया मंदी सोए। लिखिया होवै नानक, करता करे सो होए। महला पहला। रंगा होइया बोधियां, पुरस होए शयाद। सील संयम सोच भंगी, खाना खाज अहाज। शर्म गया कर आपने, पत चली नाल। नानक सच्चा एक है, और न सच्चा भाल। पौड़ी। ਦੋਵੇਂ ਸ਼ਲੋਕ ਜਿਨ੍ਹਾਂ ਦਾ ਪਾਠ ਆਪਾਂ ਸ਼ਰਵਣ ਕੀਤਾ ਹੈ, ਮਹਾਰਾਜ ਜੀ ਨੇ ਜਿਹੜਾ ਸਮਾਜਿਕ ਰਹਿਣ ਸਹਿਣ ਹੈ, ਸਮਾਜਿਕ ਚਾਲ ਚੱਲਣ ਹੈ, ਮਹਾਰਾਜ ਨੇ ਦੋਵਾਂ ਸ਼ਲੋਕਾਂ ਦੇ ਅੰਦਰ ਬੜੇ ਸੰਕੋਚਵੇਂ ਸ਼ਬਦਾਂ ਦੇ ਵਿੱਚ ਬੜਾ ਵੱਡਾ ਪੱਖ ਜਿਹੜਾ ਉਹ ਸਾਹਮਣੇ ਲਿਆਂਦਾ। ਪਹਿਲੇ ਸ਼ਲੋਕ ਵਿੱਚ ਅਸੀਂ ਪੜ੍ਹ ਰਹੇ ਹਾਂ, ਕਾਲ ਹੋਈ ਕੁੱਤੇ ਮੋਹੀ, ਖਾਜ ਹੋਆ ਮੁਰਦਾਰ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਪ੍ਰੋਫੈਸਰ ਸਾਹਿਬ ਸਿੰਘ ਇਹਦੇ ਅਰਥ ਕਰਦਿਆਂ ਲਿਖਦੇ ਨੇ, ਰੱਬ ਤੋਂ ਵਿਛੜੀ ਹੋਈ ਲੁਕਾਈ, ਰੱਬ ਤੋਂ ਵਿਛੜੀ ਹੋਈ ਲੁਕਾਈ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ। ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ। ਵੱਡੀ ਆਦਿਕ ਹਰਾਮ ਚੀਜ਼ ਇਸ ਦਾ ਮਨ ਭਾਉਂਦਾ ਖਾਣਾ।
ਜਿਵੇਂ ਕੁੱਤੇ ਦਾ ਮਨ ਭਾਉਂਦਾ ਖਾਣਾ ਮੁਰਦਾਰ ਹੈ। ਇਹ ਲੁਕਾਈ ਸਦਾ ਝੂਠ ਬੋਲਦੀ ਆ। ਮਾਨੋ ਮੁਰਦਾਰ ਖਾਂਦੇ ਕੁੱਤੇ ਵਾਂਗ ਭੌਂਕ ਰਹੀ ਆ। ਇਸ ਤਰ੍ਹਾਂ ਇਸ ਦੇ ਅੰਦਰੋਂ ਧਰਮ ਦੀ ਅੰਸ਼ ਤੇ ਰੱਬ ਦੇ ਗੁਣਾਂ ਦੀ ਵਿਚਾਰ ਮੁੱਕ ਜਾਂਦੀ ਹੈ। ਚੂਕਾ ਧਰਮ ਵਿਚਾਰ, ਇਸ ਦੇ ਅੰਦਰੋਂ ਧਰਮ ਦੀ ਅੰਸ਼ ਤੇ ਰੱਬ ਦੇ ਗੁਣਾਂ ਦੀ ਵਿਚਾਰ ਮੁੱਕ ਜਾਂਦੀ ਹੈ। ਜਿੰਨਾ ਚਿਰ ਅਜਿਹੇ ਲੋਕ ਜਗਤ ਵਿੱਚ ਜਿਉਂਦੇ ਹਨ, ਇਹਨਾਂ ਦੀ ਕੋਈ ਬੰਦਾ ਇੱਜ਼ਤ ਨਹੀਂ ਕਰਦਾ। ਜਦੋਂ ਮਰ ਜਾਂਦੇ ਹਨ, ਲੋਕ ਇਹਨਾਂ ਨੂੰ ਭੈੜਿਓਂ ਯਾਦ ਕਰਦੇ ਹਨ। ਪਰ ਹੇ ਨਾਨਕ, ਇਹਨਾਂ ਦੇ ਕੀ ਵਸ। ਪਿਛਲੇ ਕੀਤੇ ਕਰਮਾਂ ਦੇ ਅਨੁਸਾਰ ਮੱਥੇ ਉੱਤੇ ਲਿਖਿਆ ਲੇਖ ਹੀ ਉਗੜਦਾ ਹੈ ਤੇ ਉਸ ਲੇਖ ਅਨੁਸਾਰ ਜੋ ਕੁਝ ਕਰਤਾਰ ਕਰਦਾ ਉਹੀ ਹੁੰਦਾ ਹੈ। ਯਾਨੀ ਕਿ ਜਿਹੋ ਜੀ ਸੋਚ ਇਹਨਾਂ ਨੇ ਧਾਰਨ ਕੀਤੀ ਆ, ਜਿਹੋ ਜਿਹੇ ਮਸਤਕ ਦੇ ਲੇਖ ਇਹਨਾਂ ਨੇ ਲਿਖੇ ਆ, ਉਹਦੇ ਮੁਤਾਬਕ ਹੀ ਕਰਤਾਰ ਜੋ ਕਰਦਾ ਉਹੀ ਹੋ ਰਿਹਾ। ਅਗਲੇ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ, ਰੰਨਾਂ ਹੋਈਆਂ ਬੋਦੀਆਂ ਪੁਰਸ਼ ਹੋਏ ਸਯਾਦ। ਰੱਬ ਤੋਂ ਵਿਛੜ ਕੇ ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ। ਪੁਰਸ਼ ਜ਼ਾਲਮ ਹੋ ਰਹੇ ਹਨ, ਸ਼ਿਕਾਰੀ, ਤੇ ਔਰਤਾਂ ਇਹਨਾਂ ਦੀਆਂ ਸਲਾਹਕਾਰ ਬਣ ਰਹੀਆਂ। ਮਿੱਠਾ ਸੁਭਾਅ, ਜੁਗਤ ਵਿੱਚ ਰਹਿਣਾ, ਦਿਲ ਦੀ ਸਫਾਈ, ਇਹ ਸਭ ਗੱਲਾਂ ਦੂਰ ਹੋ ਗਈਆਂ। ਇਹ ਸਭ ਗੱਲਾਂ ਦੂਰ ਹੋ ਗਈਆਂ। ਸੀਲ, ਸੰਜਮ, ਸੁੱਚ, ਭੰਨੀ, ਇਹ ਸਾਰੀਆਂ ਗੱਲਾਂ ਦੂਰ ਹੋ ਗਈਆਂ। ਵੱਡੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ ਭਾਉਂਦਾ ਖਾਣਾ ਹੈ। ਖਾਣਾ, ਖਾਜ, ਆਹਾਜ। ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਸ਼ਰਮ ਹਿਆ ਕਿਤੇ ਆਪਣੇ ਵਤਨ ਚਲੇ ਗਈ ਆ। ਭਾਵ ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦਰੇਡੇ ਹੋ ਗਈ ਆ। ਅਣਖ ਵੀ ਸ਼ਰਮ ਹਿਆ ਦੇ ਨਾਲ ਹੀ ਚਲੀ ਗਈ ਆ। ਹੇ ਨਾਨਕ, ਜੇ ਸੀਲ, ਸੰਜਮ, ਸੁੱਚ ਆਦਿਕ ਗੁਣ ਲੱਭਣੇ ਹਨ ਤਾਂ ਉਹਨਾਂ ਦਾ ਸੋਮਾ ਸਿਰਫ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਹੈ। ਭਾਵ ਇਹਨਾਂ ਗੁਣਾਂ ਲਈ ਹੋਰ ਕੋਈ ਥਾਂ ਨਾ ਲੱਭੋ। ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਇਹ ਗੁਣ ਨਹੀਂ ਮਿਲ ਸਕਦੇ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਸੱਚੇ ਦੇ ਗੁਣ ਹੋਰ ਕਿਤਿਓਂ ਨਹੀਂ ਲੱਭੇ ਜਾ ਸਕਦੇ, ਨਾ ਮਿਲਣੇ ਆ। ਉਹ ਸਿਰਫ ਰੱਬ ਨਾਲ ਸਾਂਝ ਬਣਾਇਆ ਹੀ, ਸਤਿਗੁਰੂ ਦੀ ਬਾਣੀ ਪੜ੍ਹਿਆ ਹੀ ਸਾਨੂੰ ਇਹਨਾਂ ਗੁਣਾਂ ਦੀ ਪ੍ਰਾਪਤੀ ਹੋਏਗੀ। ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਚੱਜ ਆਚਾਰ, ਜਾਂ ਇੱਦਾਂ ਕਹੋ ਕਿ ਜਿਨ੍ਹਾਂ ਨੇ ਆਪਣਾ ਜੀਵਨ ਮਨੋਰਥ ਹੀ ਇਹਨਾਂ ਬੁਰਾਈਆਂ ਨੂੰ ਮਿਥ ਲਿਆ ਆ, ਉਹਨਾਂ ਦੇ ਨੇੜੇ ਤੇੜੇ ਵੀ ਨਾ ਸ਼ਰਮ ਆ, ਨਾ ਇੱਜ਼ਤ ਆ, ਨਾ ਅਣਖ ਆ। ਉਹ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਖਤਮ ਕਰ ਚੁੱਕੇ ਆ ਔਰ ਬੇਇੱਜ਼ਤ ਹੋ ਕੇ ਉਹ ਇਸੇ ਹੀ ਮਾੜੇ ਹਾਲਾਤ ਨੂੰ ਆਪਣਾ ਜੀਵਨ ਮਨੋਰਥ ਮਿਥ ਕੇ ਜ਼ਿੰਦਗੀ ਜਿਉਂ ਰਹੇ ਹਨ। ਤਾਂ ਸਤਿਗੁਰੂ ਜੀ ਨੇ, ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਨਾਨਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ। ਜੇ ਅਜੇ ਵੀ ਮੰਨ ਰਿਹਾ ਕਿ ਮੈਂ ਜਿਉਣਾ ਆ ਤਾਂ ਇਹ ਬੇਇੱਜ਼ਤ ਹੋ ਕੇ ਜੀਏਗਾ, ਇਹ ਇੱਜ਼ਤ ਨਾਲ ਨਹੀਂ ਜੀ ਸਕੇਗਾ। ਅਗਲੀ ਗੱਲ, ਅਸਲ ਵਿੱਚ ਇੱਜ਼ਤ ਜਦੋਂ ਅਸੀਂ ਸ਼ਬਦ ਵਰਤਦੇ ਨਾ, ਸਾਡੇ ਸਮਾਜਿਕ ਤੌਰ ਦੇ ਉੱਤੇ, ਸਾਡੇ ਸਮਾਜਿਕ ਰਹਿਣ ਸਹਿਣ ਦੇ ਵਿੱਚ ਇੱਜ਼ਤ ਅਸੀਂ ਕਿਸੇ ਹੋਰ ਤਰੀਕੇ ਨਾਲ ਮਿਥਦੇ ਹਾਂ। ਅਸੀਂ ਇੱਜ਼ਤ ਆਪਣੇ ਰੁਤਬੇ ਨਾਲ, ਆਪਣੇ ਪੈਸੇ ਨਾਲ, ਆਪਣੇ ਕੱਦ ਕਾਠ, ਆਪਣੇ ਪਰਿਵਾਰਕ ਖਾਨਦਾਨ ਦੇ ਮੁਤਾਬਕ ਅਸੀਂ ਇੱਜ਼ਤ ਦਾ ਮਾਪ ਤੋਲ ਕਰਦੇ ਹਾਂ। ਮੇਰੇ ਅੱਗੇ ਕਿੰਨੇ ਬੰਦੇ ਝੁਕਦੇ ਆ, ਮੈਨੂੰ ਕਿੰਨੇ ਸਲਾਮਾਂ ਕਰਦੇ ਆ, ਮੇਰਾ ਹੁਕਮ ਕਿੰਨਾ ਚੱਲਦਾ ਆ, ਕਿੱਥੇ ਕਿੱਥੇ ਚੱਲਦਾ। ਜੇ ਉਹ ਸਾਰੇ ਹੁਕਮ ਦੇ ਅਧੀਨ ਚੱਲ ਰਹੇ, ਸਾਰੇ ਮੇਰੇ ਨਾਲ ਚੱਲ ਰਹੇ, ਮਤਲਬ ਮੇਰੀ ਇੱਜ਼ਤ ਹੋ ਰਹੀ ਆ। ਉਹਦੇ ਵਿੱਚੋਂ ਜੇ ਮੇਰੇ ਕੋਲ 50 ਬੰਦੇ ਆ, 50 ਬੰਦਿਆਂ ਚੋਂ 2 ਮੈਨੂੰ ਸਲੂਟ ਨਹੀਂ ਕਰਦੇ, ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ, ਮੈਨੂੰ ਫਤਿਹ ਨਹੀਂ ਬੁਲਾਉਂਦੇ, ਤਾਂ ਬੰਦਾ ਇੱਕਦਮ ਮੇਰੀ ਇੱਜ਼ਤ ਨਹੀਂ ਕਰ ਰਿਹਾ, ਮੇਰੀ ਬੇਇੱਜ਼ਤੀ ਕਰ ਰਿਹਾ।
ਇਹਨੂੰ ਨਹੀਂ ਪਤਾ ਕਿ ਬੌਸ ਆਇਆ, ਸਰਦਾਰ ਆਇਆ, ਇਹਦੇ ਅੱਗੇ ਫਤਿਹ ਬੁਲਾਉਣੀ, ਇਹਨੂੰ ਝੁਕਣਾ, ਸਲੂਟ ਮਾਰਨਾ। ਸਾਡੀ ਇੱਜ਼ਤ ਨਿੱਕੀਆਂ ਨਿੱਕੀਆਂ ਗੱਲਾਂ ਤੇ ਜਿਹੜੀ ਅਸੀਂ ਬਣਾ ਕੇ ਬੈਠੇ ਹਾਂ ਸਮਾਜਿਕ ਤੌਰ ਤੇ, ਉਹ ਸਾਡੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਐਵੇਂ ਠੇਸ ਪਹੁੰਚਦੀ ਰਹਿੰਦੀ ਆ, ਮਾੜੀ ਮਾੜੀ ਗੱਲ ਦੇ ਉੱਤੇ। ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕਮਾਲ ਦੀ ਗੱਲ ਕਰਦੇ ਨੇ। ਆਖਦੇ ਨੇ, ਨਾਨਕ ਗੁਰ ਬਿਨ ਨਾਹਿ ਪਤ, ਅਸਲ ਇੱਜ਼ਤ ਗੁਰੂ ਤੋਂ ਬਿਨਾਂ ਨਹੀਂ ਮਿਲਦੀ, ਔਰ ਜਦੋਂ ਗੁਰੂ ਨਾਲ ਮਿਲਦੇ ਆ ਤਾਂ ਅਸਲ ਇੱਜ਼ਤ ਪ੍ਰਾਪਤ ਹੁੰਦੀ ਆ। ਨਾਨਕ ਗੁਰ ਬਿਨ ਨਾਹਿ ਪਤ, ਪਤ ਬਿਨ ਪਾਰ ਨਾ ਪਾਏ। ਇੱਜ਼ਤ ਤੋਂ ਬਿਨਾਂ ਫਿਰ ਪਾਰ ਵੀ ਨਹੀਂ ਲੰਘਿਆ ਜਾ ਸਕਦਾ, ਗੁਰੂ ਨਾਲ ਮਿਲ ਕੇ ਹੀ ਉਹ ਇੱਜ਼ਤ ਮਿਲਦੀ ਆ। ਤਾਂ ਜਦੋਂ ਅਸੀਂ ਇੱਜ਼ਤ ਦੀ ਗੱਲ ਸਤਿਗੁਰੂ ਜੀ ਦੇ ਕੋਲੋਂ ਪੁੱਛਦੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਜਿਹੜੇ ਤੈਨੂੰ ਰੱਬੀ ਅਸੂਲ ਦਿੱਤੇ ਗਏ ਆ, ਇਹਨਾਂ ਤੇ ਕਾਇਮ ਰਹਿ। ਦੁਨੀਆ ਭਾਵੇਂ ਕਿਸੇ ਪਾਸੇ ਤੁਰ ਜਾਏ, ਤੂੰ ਆਪਣੇ ਅਸੂਲਾਂ ਤੇ ਟਿਕਿਆ ਰਹਿ। ਇਹ ਕੋਈ ਇੱਜ਼ਤ ਹੈ, ਜੇ ਗੁਰੂ ਨਾਲ ਬਣੀ ਰਹੀ ਤੇ ਇਹਦੇ ਤੋਂ ਹੋਰ ਵੱਡੀ ਇੱਜ਼ਤ ਨਹੀਂ ਹੈਗੀ। ਗੁਰੂ ਵੱਲੋਂ ਮੂੰਹ ਫੇਰ ਲਿਆ, ਲੋਕਾਂ ਦੀ ਪਰਵਾਹ ਕਰ ਬੈਠਾ। ਮਹਾਰਾਜ ਕਹਿੰਦੇ ਹੁਣ ਦੁਨੀਆਦਾਰ ਤਾਂ ਕਹਿੰਦੇ ਆ ਵੀ ਬੜੀ ਇੱਜ਼ਤ ਵਾਲਾ ਬੰਦਾ ਹੈ, ਪਰ ਗੁਰੂ ਵੱਲੋਂ ਬੇਇੱਜ਼ਤ ਹੋ ਗਿਆ। ਸਤਿਗੁਰੂ ਦੀਆਂ ਬਖਸ਼ਿਸ਼ਾਂ, ਸਤਿਗੁਰੂ ਦੇ ਅਸੂਲ, ਸਤਿਗੁਰੂ ਦੇ ਸਿਧਾਂਤ, ਇਹਨਾਂ ਨਾਲ ਸਮਝੌਤਾ ਭਾਈ ਨਾ ਕਰੋ। ਇਹਨਾਂ ਦੇ ਉੱਤੇ ਡਟੇ ਰਹੋ, ਇਹਨਾਂ ਦੇ ਉੱਤੇ ਕਾਇਮ ਰਹੋ। ਬੜੇ ਸਾਰੇ ਅਸੂਲ ਸਤਿਗੁਰੂ ਨੇ ਸਮਝਾਏ। ਸਮਾਜਿਕ ਤੌਰ ਤੇ ਰਹਿਣ ਸਹਿਣ ਦੇ ਵਿੱਚ ਸਾਨੂੰ ਬਹੁਤ ਕੁਝ ਬਖਸ਼ਿਆ। ਜਿਵੇਂ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਹੱਕ ਪਰਾਇਆ ਨਾਨਕਾ, ਪਰਾਇਆ ਹੱਕ ਨਾ ਖਾਓ ਭਾਈ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਹਾਮੀ ਤਾਂ ਹੀ ਭਰਦਾ ਜੇ ਮੁਰਦਾਰ ਪਰਾਇਆ ਹੱਕ ਨਾ ਖਾਧਾ ਜਾਏ। ਪਰਤਰੇ ਰੂਪ ਨਾ ਵੇਖੈ ਨੇਤਰ, ਪਰਾਇਆ ਰੂਪ ਨਾ ਵੇਖੋ। ਪਰਾਇਆ ਰੂਪ ਵੇਖਣ ਵਾਲੀ ਆਦਤ ਆਪਣੇ ਜੀਵਨ ਚੋਂ ਕੱਢ ਦਿਓ। ਬੇਈਮਾਨ ਹੋਣਾ, ਚੋਰ ਹੋਣਾ ਰੂਪ ਦੇ ਪ੍ਰਤੀ, ਇਹਨੂੰ ਮਨ ਚੋਂ ਕੱਢ ਦਿਓ। ਹੁਣ ਸਤਿਗੁਰੂ ਜਦੋਂ ਇਦਾਂ ਦੇ ਅਸੂਲ ਬਖਸ਼ਿਸ਼ ਕਰਦੇ, ਕਹਿੰਦੇ ਸੁੱਚਾ ਆ ਅਸੂਲ ਧਾਰਨ ਕਰ ਲਓ, ਆ ਗੱਲਾਂ ਧਾਰਨ ਕਰੋ, ਤੁਸੀਂ ਸੁੱਚੇ ਹੋ, ਤੁਸੀਂ ਪਵਿੱਤਰ ਜੀਵਨ ਵਾਲੇ ਹੋ, ਤੁਸੀਂ ਇੱਜ਼ਤ ਵਾਲੇ ਹੋ। ਔਰ ਇਹਨਾਂ ਅਸੂਲਾਂ ਦੇ ਨਾਲ ਜਿਹੜੇ ਇਦਾਂ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ, ਕਹਿੰਦੇ ਇਹਨਾਂ ਅਸੂਲਾਂ ਨਾਲ ਕਦੀ ਸਮਝੌਤਾ ਨਾ ਕਰਿਓ, ਕਦੀ ਉਲੰਘਣਾ ਨਾ ਕਰਿਓ। ਇਹਨਾਂ ਅਸੂਲਾਂ ਤੇ ਟਿਕੇ ਰਹੋ, ਵੱਡੇ ਜਾਇਓ, ਮਰ ਜਾਇਓ, ਭੁੱਖੇ ਰਹੋ। ਇਹਨਾਂ ਅਸੂਲਾਂ ਤੋਂ ਪਾਸੇ ਨਾ ਹੋਇਓ, ਤੁਹਾਡੀ ਇੱਜ਼ਤ ਗੁਰੂ ਵਾਲੇ ਪਾਸੇ ਸਦਾ ਬਰਕਰਾਰ ਰਹੇਗੀ। ਇਹਨੂੰ ਅਸਲ ਇੱਜ਼ਤ ਕਹਿੰਦੇ ਆ। ਵਰਨਾ ਦੁਨੀਆਦਾਰੀ ਦੇ ਵਿੱਚ ਤਾਂ ਬੜਾ ਕੁਝ ਅਸੀਂ ਦੇਖਦੇ ਹਾਂ, ਪਰ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਜਾਂ ਬਾਣੀ ਵੱਲ ਨਜ਼ਰ ਮਾਰਦੇ ਹਾਂ, ਉੱਥੇ ਸਾਨੂੰ ਹੋਰ ਸੁਨਹਿਰੀ ਪੱਖ ਜਿਹੜੇ ਬਹੁਤ ਸੋਹਣੇ ਮਿਲਦੇ ਆ। ਸਾਨੂੰ ਉਹਨਾਂ ਮੁਤਾਬਕ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰਨਾ ਚਾਹੀਦਾ ਹੈ, ਉਹਦੇ ਮੁਤਾਬਕ ਜੀਣਾ ਚਾਹੀਦਾ ਹੈ। ਤੇ ਮਹਾਰਾਜ ਕਹਿੰਦੇ ਨੇ, ਭਾਈ ਇਹ ਗੁਣ ਸੁੱਚੇ ਜੀਵਨ ਵਾਲੇ, ਇਹ ਇੱਜ਼ਤ ਵਾਲਾ ਜੀਵਨ ਜਿਉਣ ਵਾਲੇ, ਅਣਖ ਵਾਲਾ ਜੀਵਨ ਜਿਉਣ ਵਾਲੇ ਜਿਹੜੇ ਗੁਣ ਆ, ਇਹ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਹੀ ਮਿਲਦੇ ਆ। ਹੋਰ ਕਿਤਿਓਂ ਵੀ ਇਹਨਾਂ ਨੂੰ ਲੱਭਿਆ ਨਹੀਂ ਜਾ ਸਕਦਾ, ਨਾ ਪ੍ਰਾਪਤੀ ਕੀਤੀ ਜਾ ਸਕਦੀ ਹੈ ਜੀ। ਔੜੀ ਬਾਹਰ ਪਸਮ ਲੇਪਨ ਕਰੇ, ਅੰਤਰ ਗੁਬਾਰੀ ਖਿੰਤਾ ਝੋਲੀ ਬਹੁ ਭੇਖ ਕਰੇ, ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨ ਉਚਰੈ, ਮਾਇਆ ਮੋਹ ਪਸਾਰੀ, ਅੰਤਰ ਲਾਲਚ ਭਰਮ ਹੈ, ਭਰਮੈ ਗਵਾਰੀ। ਨਾਨਕ ਨਾਮ ਨ ਚੇਤਈ, ਜੂਐ ਬਾਜ਼ੀ ਹਾਰੀ, ਸਲੋਕ ਮਹਿਲਾ ਪਹਿਲਾ। ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੋੜਿਆ ਵਿਸ ਹੋਏ ਵਿਛੋੜਾ, ਏਕ ਘੜੀ ਮੈਂ ਜਾਏ। ਜੇ 100 ਵਰਿਆਂ ਮਿੱਠਾ ਖਾਜੈ, ਪੀ ਫਿਰ ਕੌੜਾ ਖਾਏ, ਮਿੱਠਾ ਖਾਦਾ ਚਿਤ ਨਾ ਆਵੈ, ਕੌੜਾ ਤਨ ਧਾਏ ਜਾਏ। ਵਾਹ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤਰ ਦੁੱਤੇ ਭੋਗ। ਝੱਕ ਝੱਕ ਝਕਣਾ ਝਗੜਾ ਝਾਕ, ਝੱਕ ਝੱਕ ਜਾਹੇ ਝਖੈ ਤਿਨ ਪਾਸ, ਮਹਿਲਾ ਪਹਿਲਾ। ਕਾਪੜ ਕਾਠ ਰੰਗਾਇਆ ਰੰਗ, ਘਰ ਗੱਜ ਕੀਤੇ ਬਾਗੇ ਬਾਗ। ਸਾਧ ਸਹਿਜ ਕਰ ਮਨ ਖੇਲਾਇਆ, ਤੈਂ ਸ਼ਬਦ ਪਾਸੋਂ ਕਹਿਣ ਕਹਾਇਆ।
मिठा करके कौड़ा खाया, तिन कौड़े तन रोग जमाया। जे फिर मिठा पीड़ै पाए, ताओ कौड़ा तन चूकस माए। नानक गुरमुख पावै सोए, जिसनो प्राप्त लिखिया होए। पौड़ी जिनका हृदय मैल कपट है, बाहर तो बाया। कूड़ कपट कमांदे, कूड़ प्रगटी आया। अंदर होए सो निकलै, ना छपै छपाया। कूड़ै लालच लगया, फिर जूनी पाया। नानक जो बीजै सो खावना, करता लिख पाया। श्लोक महला दूजा। कथा कहानी बेदियानी, पाप पुन विचार। दे दे लैना, लै लै देना, नरक स्वर्ग अवतार। उत्तम मध्यम जाति जिनसी, भरम पवै संसार। अमृत बाणी तत बखानी, ज्ञान ध्यान विच आई। गुरमुख आखी गुरमुख जाति, सुरती कर्म ध्याई। हुक्म साज हुक्मै विच रखै, हुक्मै अंदर वेखै। नानक अगों हउमै टुटै, ताको लिखिया लेखै। महला पहला। वेद पुकारे पुन पाप, स्वर्ग नरक का बियो। जो बीजै सो उगवै, खांदा जाणै जियो। ज्ञान सलाहे वड्डा कर, सच्चो सच्चा नाऊं। सच बीजै सच उगवै, दरगा पाइयै थाऊं। वेद व्यापारी ज्ञान रास, कर्मी पल्लै होए। नानक राशि बाहर, लग न चलिया कोए। पौड़ी निम बिरख बहु संजीय, अमृत रस पाया। विसियर मंत्र विसाहिय, बहु दूध पियाया। मन मुख अभिन्न न पिजई, पत्थर ना वाया। एक मैं अमृत सिंचिय, बिक का फल पाया। नानक संगत मेल हर, सब बिक लह जाया। श्लोक महला पहला। वाह वाह। मरण ना मूरत पुछिया, पुछी थित न बार। मूरत मूरत मूरत। मरण न मूरत पुछिया, पुछी थित न बार। इकनी लदया इक लद चले, इकनी बते भार। ਜਿਵੇਂ ਨਾ ਸਾਧ ਸੰਗਤ ਅਸੀਂ ਪੌੜੀ ਨੰਬਰ 16 ਵੀ ਦਰਸ਼ਨ ਕੀਤੇ ਆ, ਉਹਦੇ ਨਾਲ ਸੰਬੰਧਿਤ 2 ਸ਼ਲੋਕਾਂ ਦੇ ਦਰਸ਼ਨ ਵੀ ਕੀਤੇ ਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਦੂਜੇ ਸਤਿਗੁਰੂ ਜੀ ਨੇ ਆਪਣੇ ਇਸ ਸ਼ਲੋਕ ਦੇ ਅੰਦਰ 2 ਗੱਲਾਂ ਦਾ ਟਾਕਰਾ ਕੀਤਾ। ਪਹਿਲੀ ਵਿਚਾਰ ਸਤਿਗੁਰੂ ਜੀ ਨੇ, ਕਿਉਂਕਿ ਵੈਸੇ ਬਾਣੀ ਅੰਦਰ ਇਹ ਨਿਯਮ ਪੂਰੀ ਤਰ੍ਹਾਂ ਪੱਕਾ ਹੀ ਅਪਣਾਇਆ ਗਿਆ ਕਿ ਜਦੋਂ ਮਹਾਰਾਜ ਕੰਪੈਰੀਟਿਵ ਦਿੰਦੇ ਨੇ ਨਾ, ਤੁਲਨਾਤਮਕ, ਤਾਂ ਪਹਿਲਾਂ ਦੂਜਿਆਂ ਦੇ ਵਿਚਾਰ ਦਿੰਦੇ ਨੇ, ਫਿਰ ਉਹ ਆਪਣੇ ਵਿਚਾਰ ਦਿੰਦੇ ਨੇ। ਸਤਿਗੁਰੂ ਜੀ ਨੇ ਇਹ ਤਰੀਕਾ ਬਹੁਤ ਸ਼ਾਨਦਾਰ ਬਾਣੀ ਦੇ ਕਈ ਸ਼ਬਦਾਂ ਸ਼ਲੋਕਾਂ ਦੇ ਅੰਦਰ ਅਪਣਾਇਆ। ਇੱਥੇ ਗੁਰੂ ਅੰਗਦ ਸਾਹਿਬ ਜੀ ਨੇ ਪਹਿਲਾਂ ਵੇਦਾਂ ਦਾ ਜ਼ਿਕਰ ਕੀਤਾ। ਵੇਦ, 4 ਵੇਦ ਸੰਸਾਰ ਨੂੰ ਕੀ ਦਿੰਦੇ ਆ। 4 ਵੇਦਾਂ ਦੀ ਅਸਲ 'ਚ ਥਿਊਰੀ ਕੀ ਆ। 4 ਵੇਦ ਕਿੱਥੇ ਖੜੇ ਨੇ। 4 ਵੇਦਾਂ ਦਾ ਜੇ ਤੱਤ ਨਿਚੋੜ, ਤੱਤ ਸਾਰ ਕੱਢਣਾ ਹੋਵੇ ਤਾਂ ਉਹ ਕੀ ਆ। ਉਹ ਮਹਾਰਾਜ ਨੇ ਪਹਿਲੀਆਂ 3 ਲਾਈਨਾਂ ਦੇ ਵਿੱਚ ਬਿਆਨ ਕੀਤਾ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਪਾਪ ਪੁੰਨ ਦੀਆਂ ਕਥਾ ਕਹਾਣੀਆਂ ਜਿਹੜੀਆਂ ਉਹ ਵੇਦਾਂ ਨੇ ਲਿਆਂਦੀਆਂ। ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਤੁਸੀਂ ਦਾਨ ਕਰੋ, ਤੁਹਾਨੂੰ ਅਗਲੇ ਜਨਮ 'ਚ ਅਗਾਂਹ ਉਹ ਦੂਣਾ ਹੋ ਕੇ ਮਿਲ ਜੂਗਾ। ਤੁਸੀਂ ਦਾਨ ਕਰੋ, ਤੁਹਾਨੂੰ ਸਵਰਗ ਮਿਲ ਜਾਏਗਾ। ਤੁਸੀਂ ਦਾਨ ਨਾ ਕਰੋ, ਤੁਹਾਨੂੰ ਨਰਕ ਮਿਲ ਜਾਏਗਾ।
ਪੁੰਨ ਕਰੋ ਤੁਹਾਨੂੰ ਸਵਰਗ ਮਿਲਦਾ ਹੈ, ਪਾਪ ਕਰੋ ਤੁਹਾਨੂੰ ਨਰਕ ਮਿਲਦਾ ਹੈ। ਇਹੋ ਜਿਹੀਆਂ ਕਹਾਣੀਆਂ ਵੇਦਾਂ ਨੇ ਲਿਆਂਦੀਆਂ। ਮਹਾਰਾਜ ਕਹਿੰਦੇ ਨੇ ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਉੱਚੀਆਂ ਜਾਤਾਂ, ਮੱਧਮ ਵਿਚਕਾਰਲੇ, ਜਾਤੀ ਜਿਣਸੀ, ਜਿਹੜੇ ਉੱਚੇ ਨੀਵੇਂ ਦੇ ਭੇਦ ਪਾਏ, ਜਾਤਾਂ ਜਿਣਸਾਂ ਦੇ ਭੇਦ ਸਿਰਜ ਦਿੱਤੇ ਗਏ। ਭਰਮ ਭਵੈ ਸੰਸਾਰ, ਸਾਰਾ ਸੰਸਾਰ ਇਹਨਾਂ ਭਰਮਾਂ 'ਚ ਹੀ ਪਿਆ ਹੋਇਆ। ਇਹ ਭਰਮ ਦੇ ਵਿੱਚ ਭਟਕ ਰਿਹਾ ਆ, ਲਗਾਤਾਰ ਭਟਕ ਰਿਹਾ ਆ। ਇਹਨਾਂ 3 ਲਾਈਨਾਂ 'ਚ ਸਤਿਗੁਰੂ ਨੇ ਵੇਦ ਥਿਊਰੀ ਨੂੰ ਸਾਹਮਣੇ ਰੱਖਿਆ। ਫਿਰ ਅਗਲੀ ਗੱਲ ਮਹਾਰਾਜ ਨੇ ਦੂਜਾ ਪੱਖ ਲਿਆਂਦਾ ਕਿ ਜਿਹੜੀ ਬਾਣੀ ਆ ਨਾ, ਗੁਰੂ ਦੀ ਬਾਣੀ, ਹੁਣ ਇਹਦਾ ਵੇਖੋ ਕੀ ਫਰਕ ਹੈ। ਸਤਿਗੁਰੂ ਆਖਦੇ ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਪਰ ਜੋ ਬਾਣੀ ਗੁਰੂ ਨੇ ਉਚਾਰੀ ਆ ਉਸ ਦੇ ਡੂੰਘੇ ਭੇਤ ਨੂੰ ਗੁਰੂ ਨੇ ਸਮਝਿਆ ਹੈ, ਤੇ ਜਿਸ ਨੂੰ ਸੁਰਤਿਆਂ ਨੇ ਜਪਿਆ ਉਹ ਬਾਣੀ ਅੰਮ੍ਰਿਤ ਨਾਲ ਭਰੀ ਹੋਈ ਆ ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਆ। ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਪਈਏ ਸਤਿਗੁਰੂ ਜੀ ਦੇ ਗੁਣ ਜਿਹੜੇ ਆ ਉਹਦੇ 'ਚ ਸੁਰਤ ਜੋੜਿਆ, ਬਾਣੀ 'ਚ ਸੁਰਤ ਜੋੜਿਆ। ਸਤਿਗੁਰੂ ਜੀ ਦੇ ਗੁਣ ਮਨੁੱਖਾਂ ਦੇ ਅੰਦਰ ਵੀ ਧਾਰਨ ਹੁੰਦੇ ਆ। ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹਉਮੈ ਟੁੱਟੈ, ਤਾਕੋ ਲਿਖੀਐ ਲੇਖੈ। ਸੋ ਮਹਾਰਾਜ ਕਹਿੰਦੇ ਨੇ ਭਾਈ ਸਤਿਗੁਰੂ ਦੀ ਬਾਣੀ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਆ, ਇਹਨੂੰ ਜਪਿਆ, ਹੁਕਮ ਦੇ ਵਿੱਚ ਬੰਦਾ ਰਹਿਣਾ ਸਿੱਖਦਾ ਆ, ਹੁਕਮ ਦੇ ਅਨੁਸਾਰ ਤੁਰਨਾ ਸਿੱਖਦਾ ਆ, ਉਹਦੇ ਅੰਦਰੋਂ ਹਉਮੈ ਦਾ ਰੋਗ ਟੁੱਟ ਜਾਂਦਾ ਆ। ਇਹਦੇ 'ਚ ਸਤਿਗੁਰੂ ਨੇ ਸਾਨੂੰ ਇਹ ਸਪਸ਼ਟ ਕੀਤਾ। ਅਗਲੇ ਦੂਜੇ ਸ਼ਲੋਕ ਦੇ ਅੰਦਰ ਵੀ ਮਹਾਰਾਜ ਨੇ ਫਿਰ ਉਹੀ ਜ਼ਿਕਰ ਕੀਤਾ, ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਇਹਦੇ 'ਚ ਵੀ ਸਤਿਗੁਰੂ ਨੇ ਪਹਿਲਾਂ ਵੇਦ ਦਾ ਜ਼ਿਕਰ ਕੀਤਾ ਔਰ ਦੂਜੇ ਅਗਲੇ ਪਾਸੇ ਸਤਿਗੁਰੂ ਦੀ ਬਾਣੀ ਦਾ ਪੱਖ ਜਿਹੜਾ ਉਹਨੂੰ ਉਹਨਾਂ ਨੇ ਉਜਾਗਰ ਕੀਤਾ। ਜਦੋਂ ਅਸੀਂ ਪੌੜੀ ਦੇ ਵਿੱਚ ਵੇਖਦੇ ਹਾਂ ਤੇ ਮਹਾਰਾਜ ਨੇ ਇੱਥੇ ਵੀ ਲਗਭਗ ਸਾਰੀਆਂ ਲਾਈਨਾਂ 'ਚ ਪੌੜੀ ਦੀਆਂ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ। ਜਿਵੇਂ ਪਹਿਲਾਂ ਕਹਿੰਦੇ ਨਿੰਮ ਬਿਰਖ, ਨਿੰਮ ਦਾ ਰੁੱਖ ਕੌੜਾ ਆ, ਉਹਨੂੰ ਜਿੰਨਾ ਮਰਜ਼ੀ ਅੰਮ੍ਰਿਤ ਸਿੰਚੋ, ਅੰਮ੍ਰਿਤ ਉਹਦੀਆਂ ਜੜ੍ਹਾਂ 'ਚ ਪਾਓ, ਉਹਦੀ ਕੜੱਤਣ ਨਹੀਂ ਜਾ ਸਕਦੀ, ਉਹ ਕੌੜਾ ਹੀ ਰਹੇਗਾ। ਦੂਜੇ ਨੰਬਰ ਤੇ ਕਹਿੰਦੇ ਨੇ ਜੇ ਸੱਪ ਨੂੰ ਬਹੁਤ ਸਾਰਾ ਦੁੱਧ ਪਿਆਇਆ ਜਾਏ ਤੇ ਸੱਪ ਆਪਣੇ ਅੰਦਰੋਂ ਜ਼ਹਿਰ ਨਹੀਂ ਤਿਆਗਦਾ, ਜ਼ਹਿਰ ਉਹਦੇ ਅੰਦਰ ਬਣਦਾ ਹੀ ਰਹਿੰਦਾ ਹੈ ਤੇ ਜ਼ਹਿਰ ਉਹ ਲਗਾਤਾਰ ਘੋਲਦਾ ਹੀ ਰਹਿੰਦਾ ਹੈ। ਤੀਜੇ ਨੰਬਰ ਤੇ ਮਹਾਰਾਜ ਕਹਿੰਦੇ ਨੇ ਮਨਮੁਖ ਅਭਿੰਨ, ਮਨਮੁਖ ਉਹ ਪੱਥਰ ਆ ਜਿਹੜਾ ਪਾਣੀ 'ਚ ਰੱਖਿਆਂ ਵੀ ਨਹੀਂ ਭਿੱਜਦਾ। ਇਹ ਪਾਣੀ 'ਚ ਰੱਖਿਆਂ ਵੀ ਨਹੀਂ ਭਿੱਜਦਾ। ਮਨਮੁਖ ਅਭਿੰਨ ਨਾ ਭਿੱਜਈ, ਪੱਥਰ ਨਾ ਵਾਇਆ। ਜਿੰਨਾ ਮਰਜ਼ੀ ਪੱਥਰ ਨੂੰ ਨਵਾ ਲਓ, ਪਾਣੀ 'ਚ ਡੋਬ ਦਿਓ, ਪੱਥਰ ਕਦੀ ਵੀ ਅੰਦਰੋਂ ਗਿੱਲਾ ਨਹੀਂ ਹੁੰਦਾ। ਬਿਖ ਮੈਂ ਅੰਮ੍ਰਿਤ ਸਿੰਚਿਆ, ਬਿਖ ਕਾ ਫਲ ਪਾਇਆ। ਜ਼ਹਿਰ ਦੇ ਵਿੱਚ ਜਿੰਨਾ ਮਰਜ਼ੀ ਅੰਮ੍ਰਿਤ ਪਾ ਦਿਓ, ਆਖਰ ਰਿਜ਼ਲਟ ਜ਼ਹਿਰ ਦਾ ਹੀ ਨਿਕਲੇਗਾ। ਜ਼ਹਿਰ ਦਾ ਉਹਦੇ ਵਿੱਚੋਂ ਤੱਤ ਮਰ ਨਹੀਂ ਚੱਲਿਆ, ਉਹ ਬਰਾਬਰ ਹੀ ਰਹੇਗਾ। ਅਖੀਰ ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ, ਆਖਦੇ ਨੇ ਨਾਨਕ ਸੰਗਤ ਮੇਲ ਹਰ, ਸਭ ਬਿਖ ਲੈ ਜਾਇਆ। ਹੇ ਹਰ, ਹੇ ਪਰਮੇਸ਼ਰ, ਹੇ ਸਤਿਗੁਰੂ, ਸੰਗਤ ਵਿੱਚ ਮੇਲ ਲਓ। ਨਿੰਮ ਦਾ ਕੌੜਾਪਣ ਕਦੇ ਨਹੀਂ ਦੂਰ ਹੁੰਦਾ, ਸੱਪ ਦਾ ਜ਼ਹਿਰ ਦੁੱਧ ਪਿਆਇਆ ਕਦੇ ਨਹੀਂ ਘਟਦਾ, ਪੱਥਰ ਅੰਦਰੋਂ ਕਦੇ ਪਾਣੀ ਨਾਲ ਗਿੱਲਾ ਨਹੀਂ ਹੁੰਦਾ। ਪਰ ਕਹਿੰਦੇ ਨੇ ਜੇ ਮਨੁੱਖ ਸੰਗਤ ਨਾਲ ਰਲ ਜਾਏ, ਇਹਦੇ ਅੰਦਰ ਦਾ ਜ਼ਹਿਰ ਮੁੱਕ ਜਾਂਦਾ ਹੈ, ਇਹਦੇ ਅੰਦਰ ਦਾ ਜ਼ਹਿਰ ਖਤਮ ਹੋ ਜਾਂਦਾ ਆ, ਇਹ ਅੰਦਰੋਂ ਭਿੱਜ ਜਾਂਦਾ ਆ। ਇਹਦੇ ਅੰਦਰੋਂ ਜਿਹੜਾ ਸੱਪ ਵਾਲਾ ਜ਼ਹਿਰ ਹੈ ਤੇ ਨਿੰਮ ਵਾਲੀ ਕੁੜੱਤਣ ਹੈ ਉਹ ਨਿਕਲ ਜਾਂਦੀ ਹੈ। ਇਹ ਉਨੀ ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਸੱਚਾ ਸਾਹਿਬ ਚਿੱਤ ਵਿੱਚ ਨਹੀਂ ਆਉਂਦਾ। ਤੁਮੀ, ਤੁਮਾ, ਵਿਸ, ਅੱਕ, ਧਤੂਰਾ, ਨਿੰਮ ਫਲ, ਮਨ, ਮੁਖ, ਵਸੈ ਤਿਸ, ਜਿਸ ਤੂੰ ਚਿੱਤ ਨਾ ਆਵੇ। ਜਿਹਨੂੰ ਤੂੰ ਚਿੱਤ ਵਿੱਚ ਨਹੀਂ ਆਉਂਦਾ ਉਹਨਾਂ ਦੇ ਅੰਦਰ ਇੰਨੀ ਕੁੜੱਤਣ ਆ। ਇਹਦਾ ਮਤਲਬ ਜਿਨ੍ਹਾਂ ਨੂੰ ਚੇਤੇ ਆ ਗਿਆ ਉਹਨਾਂ ਅੰਦਰ ਇਹ ਕੁੜੱਤਣ
नहीं है, उन्हां दी दूर हो गई। सो सतगुरु जी ने जिहड़ा असीं सलोक दा अगला पाठ कर रहे हैं 16वीं पौड़ी तो बाद आप जी दे नोट करन वाला है, ध्यान च रखण वाला है। लोग चंगे काम करन लग्गियां, धी पुत्र दा विआह करन लग्गियां, नवां मकान बनाउण लग्गियां, कोई भी काम नवां शुरू करना, ईवन गड्डी घर लियाउणी आ, लोग चंगे माड़े दिनां दी विचार करदे आ, चंगे माड़े समय दी विचार करदे आ, पत्तरियां खिलाउंदे बाहमणां कोल जांदे आ, मुहूर्त पुछदे आ। और आप जी नूं शायद ध्यान च होएगा बच्चे दे जन्म दा भी मुहूर्त पुछया जा रहा है। और पंडित दे कहण दे मुताबक बच्चे दा जन्म भी कुछ मिनट कुछ समा अगे पिछे करके डॉक्टरां दी सहायता दे नाल बच्चे नूं भी जन्म लई रोकिया जा रहा जां पहिलां उहदा जन्म कीता जा रहा। पंडित कहंदा ਜਿਹੜੇ समय 'ਚ जन्म लै रहा है समा माड़ा है, फिर वो पा दसदा ते उत्थे डॉक्टरां दी सहायता लैके उहनूं अगे पिछे कीता जा रहा पैसे दे जोर नाल। और महाराज सच्चे पातशाह आखदे तुहाडा जोर चलदा पई, तुसीं समा अगे पिछे कर लैंदे हो, तुसीं समय दी विचार कर लैंदे हो, मुहूर्तां दा तुहानूं ज़्यादा पता है भाई। पर इन्नी गल दा चेता रखियो सारी जिंदगी सारे काम करदियां कदम बाहर रखण लग्गियां भी तुसीं मुहूर्तां दी विचार करदे हो, पर इन्ना चेता रखियो मरण लग्गियां भी कदी किसी ने मुहूर्त पुछिआ? आखिरी साह कदों आवे ते आखिरी साह कदों खत्म होवे किसी ने मरण लग्गियां मुहूर्त पुछिआ? आ वेखियो ध्यान नाल, मरण ना मुहूर्त पुछिआ, पुछी थित ना वार। मरण लग्गियां पुछिआ किहड़ा दिन चंगा किहड़ा माड़ा? ਇਹਦਾ ਕੀ उत्तर होएगा? ਹੁਣ कित्थों लिआंदा जाएगा? और जे बंदे मन लो पैसे के जोर नाल इन्ना क भुलेखा जिहा पाल छड्डण भी इनूं ऑक्सीजन ते ला छड्डो ते ढिड जिहा हिलदा रहे भी साह आ रहा, वो तुसी कह रहे हैं ना कि साह आ रहा, वो तो मर चुका है। मरण लग्गिया पुछिया थोड़ी, उन्हें वेखिया थोड़ी दिन चंगा कि माड़ा आ, समा 12 बजे कि पौने 12 बजे, जिउंदियां तां कर सकदे हो, मरण लग्गिया तां किसे नूं पता नहीं लगना। ध्यान च रखियो ते। और महाराज कहते जे मरण लग्गिया नहीं पुछिया तो बाकी वेले क्यों पुछदे हो? आखिर एक थां ते आण के हार गए ना, जम्मण वेले भी कर लिया, विआह वेले भी कर लिया, घर बनाउण लग्गिया कर लिया, सारियां कम्मां च कर लिया, मरण लग्गिया की करोगे? मरण ना मुहूर्त पुछिया, पुछी थित ना वार, एक नहीं लद्या, एक लद चले, एक नहीं बद्धे पार। एक वो जिहड़े तुर गए, एक वो जिहड़े तैयार बैठे आ, जिन्हां ने समान बद्धा होया वा भी बस तैयारी आ। एक ना होई साखती, एक ना होई सार, लश्कर सने दमामिया, छुट्टे बंक द्वार, नानक ढेरी शार की भी फिर होई शार। मिट्टी दी ढेरी आखिर मिट्टी हो गई। और महाराज जिहड़ियां गल्लां वल साडा ध्यान दवाउंदे आ गुरु प्यारिओ, उन्हां नूं पल्ले बन्नना, उन्हां असूलां दे उत्ते पहरेदार रहना, ये साडे लई बड़ा जरूरी है और लाजमी है। हाँ जी। महला पहला नानक ढेरी ढह पई, मिट्टी संदा कोट, कीकर चोर बहा लिया, कोट बेचिया, कोट पौड़ी। जिन अंदर निंदा दुष्ट है, नाक बटे नाक बढ़ाया, महाकरूप दुखी सदा, काले मोह माया। हल्के उठ नित पर दर्द हिरैं, हर नाम चुराया, हर जीव तिनकी संगत मत करो, रख लेहो हर राया। नानक पै किरत कमावंदे, मन मुख दुख पाया, सलोक महला चौथा। सब कोई है खसम का, खसमों सब को होए, हुक्म पछाणै खसम का, तां सच पावै कोय।
ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਇ। ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ। ਮਹਿਲਾ ਚੌਥਾ। ਸਭਨਾ ਦਾਤਾ ਆਪ ਹੈ ਆਪੇ ਮੇਲਣ ਹਾਰ। ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ। ਪੌੜੀ। ਗੁਰਮੁਖ ਹਿਰਦੈ ਸ਼ਾਂਤ ਹੈ ਨਾਉ ਉਗਵ ਆਇਆ। ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ। ਹਿਰਦਾ ਸ਼ੁੱਧ ਹਰ ਸੇਵੰਦੇ ਸੋਹੈ ਗੁਣ ਗਾਇਆ। ਮੇਰਾ ਹਰ ਜੀਉ ਏ ਮੈਂ ਭਾਵਦਾ ਗੁਰਮੁਖ ਤਰਾਇਆ। ਨਾਨਕ ਗੁਰਮੁਖ ਮੇਲਿਆ ਨਾ ਹਰ ਦਾ ਸੁਹਾਇਆ। ਸ਼ਲੋਕ ਮਹਿਲਾ ਪਹਿਲਾ। ਧਨਵੰਤਾ ਏਮ ਹੀ ਕਹੈ ਅਵਰੀ ਧਨ ਕੋ ਜਾਉ। ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ। ਮਹਿਲਾ ਪਹਿਲਾ। ਸੂਰਜ ਚੜ੍ਹੈ ਵਿਜੋਗ ਸਭ ਸਹਿ ਘਟੈ ਆਰਜਾ। ਤਨ ਮਨ ਰਤਾ ਭੋਗ ਕੋਈ ਮਾਰੈ ਭੋਜਨੈ। ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥਮੀਐ। ਨਾਨਕ ਦੇਖੈ ਆਪ ਫੂਕ ਕਢਾਏ ਢਹਿ ਪਵੈ। ਪੌੜੀ। ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ। ਗੁਰ ਪ੍ਰਸਾਦੀ ਘਟ ਚਾਨਣਾ ਆਨੇਰ ਗਵਾਇਆ। ਲੋਹਾ ਪਾਰ ਸੁਭੇਟੀਐ ਕੰਚਨ ਹੋਇ ਆਇਆ। ਨਾਨਕ ਸਤਿਗੁਰ ਮਿਲਿਆ ਨਾਉ ਪਾਈਐ ਮਿਲ ਨਾਮ ਧਿਆਇਆ। ਜਿਨ ਕੈ ਕੋਟੈ ਪੁਨ ਹੈ ਤਿਨੀ ਦਰਸ਼ਨ ਪਾਇਆ। ਸ਼ਲੋਕ ਮਹਿਲਾ ਪਹਿਲਾ। ਤ੍ਰਿਗ ਦਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ। ਕੀਤੀ ਜਿਨ ਕੀ ਗੁਜੜੈ ਖਲਵਾੜੇ ਕਿਆ ਥਾਉ। ਸਚੈ ਸ਼ਰਮੈ ਬਾਹਰੇ ਅੱਗੇ ਲਹੈ ਨਾ ਦਾਦ। ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ। ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ। ਅਕਲੀ ਪੜ੍ਹ ਕੇ ਬੁਝੀਐ ਅਕਲੀ ਕੀਚੈ ਦਾਨ। ਨਾਨਕ ਆਖੈ ਰਾਹ ਏ ਹੋਰ ਗੱਲਾਂ ਸ਼ੈਤਾਨ। ਨਾਨਕ ਆਖੈ ਰਾਹ ਏ। ਨਾਨਕ ਆਖਦਾ ਇਹੋ ਹੀ ਇੱਕ ਅਕਲ ਵਾਲਾ ਰਾਹ ਹੈ ਭਾਈ। ਹੋਰ ਗੱਲਾਂ ਸ਼ੈਤਾਨ। ਜੇ ਅਕਲ ਦੀ ਵਰਤੋਂ ਨਹੀਂ ਕਰਨੀ ਤਾਂ ਬਾਕੀ ਤਾਂ ਗੱਲਾਂ ਸ਼ੈਤਾਨੀ ਦੀਆਂ ਹੀ ਆ। ਔਰ ਗੁਰੂ ਬਖਸ਼ੀ ਅਕਲ ਹੋਵੇ ਤੇ ਸੱਚਮੁੱਚ ਹੀ ਇਹ ਰਾਹ ਸੋਹਣਾ ਹੈ। ਗੁਰੂ ਬਖਸ਼ੀ ਅਕਲ ਦੇ ਮੁਤਾਬਕ ਤੁਰਨਾ ਸ਼ੁਰੂ ਕਰੀਏ ਤਾਂ ਇਹ ਰਾਹ ਸਫਲਤਾ ਵੱਲ ਨੂੰ ਜਾਂਦਾ ਹੈ, ਸਚਿਆਰ ਜੀਵਨ ਵੱਲ ਨੂੰ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਭਾਈ ਬਾਕੀ ਗੱਲਾਂ ਤਾਂ ਐਵੇਂ ਹੀ ਆ, ਫਿਰ ਉਹ ਤਾਂ ਸ਼ੈਤਾਨੀ ਦੀਆਂ ਗੱਲਾਂ ਆ। ਗੁਰੂ ਬਖਸ਼ੀ ਅਕਲ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਆ। ਔਰ ਦੁਖਾਂਤ ਇਹ ਵਾਪਰਦਾ ਕਿ ਜਦੋਂ ਅਸੀਂ ਬਾਣੀ ਨੂੰ ਜਾਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇੱਕ ਗੱਲ ਬੜੀ ਸਪਸ਼ਟ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਕਿ ਬਹੁਤ ਵਾਰੀ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ ਕਦਰ ਕਰਨ ਵਾਲੇ ਲੋਕ ਨੇ, ਸਿਆਣੇ ਲੋਕ ਨੇ, ਸਮਝਦਾਰ ਲੋਕ ਨੇ, ਉਹਨਾਂ ਦੀ ਵੀ ਕੋਈ ਘਾਟ ਨਹੀਂ ਸਮਾਜ ਵਿੱਚ, ਬਹੁਤ ਨੇ। ਪਰ ਦੂਜੇ ਪਾਸੇ ਉਹ ਵੀ ਲੋਕ ਵੇਖੋ, ਭਾਵੇਂ ਤੁਸੀਂ ਸਤਿਕਾਰਯੋਗ ਭਗਤ ਨਾਮਦੇਵ ਸਾਹਿਬ ਜੀ ਨੂੰ ਦੇਖੋ, ਕਬੀਰ ਸਾਹਿਬ ਜੀ ਨੂੰ ਦੇਖੋ, ਰਵਿਦਾਸ ਜੀ ਨੂੰ ਦੇਖੋ, ਗੁਰੂ ਨਾਨਕ ਸਾਹਿਬ ਜੀ ਨੂੰ ਦੇਖੋ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ, ਭਗਤ ਨਾਮਦੇਵ ਸਾਹਿਬ ਸਮਾਜ ਵਿੱਚ ਆਈਆਂ ਬੁਰਾਈਆਂ ਦਾ ਜ਼ਿਕਰ ਕਰਦੇ ਆ। ਪਰ ਜੋ ਹਾਲ, ਜੋ ਦਸ਼ਾ ਭਗਤ ਨਾਮਦੇਵ ਸਾਹਿਬ ਦੇ ਨਾਲ ਸਮਾਜ ਨੇ ਕੀਤੀ ਉਹ ਛੁਪੀ ਹੋਈ ਨਹੀਂ। ਜੋ ਹਾਲਾਤ ਕਬੀਰ ਸਾਹਿਬ ਜੀ ਦੇ ਵਾਰੀ ਪੈਦਾ ਕੀਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੂਤਨਾ, ਬੇਤਾਲਾ, ਕੁਰਾਈਆ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਵਾਲੇ ਕੌਣ ਲੋਕ ਨੇ? ਸਤਿਗੁਰੂ ਜੀ ਦੇ ਪਵਿੱਤਰ ਸੀਸ 'ਚ ਰੇਤ ਪਾਉਣ ਵਾਲੇ ਲੋਕ ਕੌਣ ਨੇ? ਉਹ ਕੋਈ ਬਾਹਰੋਂ ਵੱਖਰੇ ਥੋੜੀ ਆਏ, ਇਸੇ ਸਮਾਜ ਦੇ ਹੀ ਨੇ ਨਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਉਹਨਾਂ ਦੇ 3 ਸਿੱਖਾਂ ਦੀ ਸ਼ਹੀਦੀ। ਕੌਣ ਨੇ ਉਹ ਲੋਕ, ਕਾਰਨ ਕੀ ਹੈ? ਸਤਿਗੁਰੂ ਤੇ ਕਿਸੇ ਦਾ ਬੁਰਾ ਨਹੀਂ ਕਰਦੇ, ਸਤਿਗੁਰੂ ਕਿਸੇ ਦਾ ਕੁਝ ਵਿਗਾੜਦੇ ਨਹੀਂ, ਸਤਿਗੁਰੂ ਨੇ ਕਿਸੇ ਨੂੰ ਪੁੱਠੀ ਮੱਤ ਨਹੀਂ ਦਿੱਤੀ, ਸਤਿਗੁਰੂ ਨੇ ਕਿਸੇ ਦੀ ਜ਼ਮੀਨ ਨਹੀਂ ਨੱਪੀ। ਮਹਾਰਾਜ ਤਾਂ ਪਰਉਪਕਾਰ ਕਰ ਰਹੇ, ਭੁੱਖਿਆਂ ਨੂੰ ਲੰਗਰ ਦੇ ਰਹੇ, ਉਜੜਿਆਂ ਨੂੰ ਵਸਾ ਰਹੇ ਆ। 10ਵੇਂ ਪਾਤਸ਼ਾਹ ਜੀ ਸਾਰਾ ਪਰਿਵਾਰ ਖੇਰੂ ਖੇਰੂ ਕੀਤਾ। ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ ਜਿਹੜਾ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਜੀ ਦੀ ਯਾਦ ਵਿੱਚ ਚੱਕ ਨਾਨਕੀ ਵਸਾਇਆ। ਔਰ ਦਸ਼ਮੇਸ਼ ਪਿਤਾ ਜੀ ਦੇ ਟਾਈਮ ਤੇ ਉਹ ਆਨੰਦਪੁਰ ਜਿਹੜਾ ਬੜਾ ਰੀਝਾਂ ਨਾਲ ਵਸਾਇਆ, ਉਹ ਉਜਾੜ ਦਿੱਤਾ ਗਿਆ। ਆਖਰ ਕਿਉਂ? ਔਰ ਸਿੱਟਾ ਪਤਾ ਕੀ ਨਿਕਲਦਾ? ਸਾਡੇ ਇਸ ਭਾਰਤ ਦੇ ਵਾਤਾਵਰਣ ਦੇ ਅੰਦਰ ਅਕਲ ਜਿਹੜੀ ਆ ਉਹ ਦੁਸ਼ਮਣ ਆ। ਸਾਡੇ ਇੱਥੇ ਕੁਝ ਇਹੋ ਜਿਹੇ ਲੱਠ ਮਾਰ ਨੇ ਜਿਹੜੇ ਹਮੇਸ਼ਾ ਅਕਲ ਦੇ ਮਗਰ ਡਾਂਗ ਲੈ ਕੇ ਲੱਗੇ ਰਹਿੰਦੇ ਆ। ਇਹਨਾਂ ਨੂੰ ਪ੍ਰਵਾਨ ਨਹੀਂ ਆ। ਇਹ ਵਿਉਂਤਾਂ ਘੜਦੇ ਰਹਿੰਦੇ ਆ, ਲਗਾਤਾਰ ਘੜਦੇ ਰਹਿੰਦੇ ਆ, ਦੂਜਿਆਂ ਲਈ ਜਾਲ ਬੁਣਦੇ ਹੀ ਰਹਿੰਦੇ ਆ। ਔਰ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਭਾਈ ਇੱਕ ਅਕਲ ਵਾਲਾ ਰਾਹ ਹੀ, ਜੋ ਗੁਰੂ ਬਖਸ਼ੀ ਅਕਲ ਆ, ਇਹੋ ਹੀ ਰਾਹ ਇੱਕ ਸੱਚੇ ਸਾਹਿਬ ਜੀ ਵੱਲ ਜਾਂਦਾ ਆ। ਬਾਕੀ ਤੇ ਗੱਲਾਂ ਸ਼ੈਤਾਨੀ ਦੀਆਂ ਆ, ਬਾਕੀ ਤੇ ਗੱਲਾਂ ਐਵੇਂ ਭਟਕਣ ਦੀਆਂ ਤੇ ਦੂਜਿਆਂ ਨੂੰ ਧੋਖਾ ਦੇਣ ਦਿਵਾਉਣ ਦੀਆਂ ਹੀ ਆ, ਉਹਨਾਂ ਵਿੱਚ ਨਾ ਪਾਓ। ਇਸ ਕਰਕੇ ਜੋ ਗੁਰੂ ਨੇ ਕਿਹਾ ਉਹਨੂੰ ਅਸੀਂ ਜੀਵਨ ਵਿੱਚ ਧਾਰਨ ਕਰੀਏ ਜੀ। ਮਹਿਲਾ ਦੂਜਾ ਐਸਾ ਕਰੈ ਕਹਾਵੈ ਤੈਸਾ, ਐਸੀ ਬਣੀ ਜ਼ਰੂਰਤ। ਹੋਵੈ ਲਿੰਗ ਚਿੰਗ ਨਹਿ ਹੋਵੈ, ਐਸੀ ਕਹੀਐ ਸੂਰਤ। ਜੋ ਹੋਸ ਇਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ। ਪੌੜੀ ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ। ਜਿਸ ਪ੍ਰਾਪਤ ਸੂਲ ਹੈ, ਗੁਰ ਸ਼ਬਦੀ ਮਿਲਿਆ। ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ। ਜਮ ਕਾਲ ਜੋ ਨਾ ਸਕਈ, ਕਟ ਚਾਨਣ ਬਲਿਆ। ਨਾਨਕ ਬਖਸ਼ ਮਿਲਾਇਆ, ਫਿਰ ਗਰਭ ਨਾ ਗਲਿਆ। ਹਾਂਜੀ। ਸ਼ਲੋਕ ਪਹਿਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਦਇਆ ਦੇਵਤਾ ਖਿਮਾ ਜਪ ਮਾਲੀ, ਤੇ ਮਾਨਸ ਪ੍ਰਧਾਨ। ਜੁਗਤ ਧੋਤੀ ਸੁਰਤ ਚੌਂਕਾ, ਤਿਲਕ ਕਰਨੀ ਹੋਏ। ਭਾਉ ਭੋਜਨ ਨਾਨਕਾ, ਬਿਰਲਾ ਤਾਂ ਕੋਈ ਕੋ। ਮਹਿਲਾ ਤੀਜਾ। ਠੀਕ ਹੈ ਜੀ। ਸਾਰੀ ਪਰਿਭਾਸ਼ਾ, ਸਾਰੀ ਡੈਫੀਨੇਸ਼ਨ ਸਤਿਗੁਰੂ ਨੇ ਬਿਲਕੁਲ ਸਪਸ਼ਟ ਕਰ ਦਿੱਤੀ। ਵਰਤ, ਤੀਰਥ, ਗਿਆਨ ਧਿਆਨ ਇਸ਼ਨਾਨ, ਦੇਵਤਾ, ਜਪਮਾਲੀ, ਧੋਤੀ, ਚੌਂਕਾ, ਤਿਲਕ, ਮਹਾਰਾਜ ਨੇ ਸਾਰੀ ਡੈਫੀਨੇਸ਼ਨ ਕਲੀਅਰ ਕਰਤੀ। ਭਾਈ ਆ ਗੁਣ ਤੁਹਾਡੇ 'ਚ ਹੋਣੇ ਚਾਹੀਦੇ ਆ। ਜੇ ਉੱਤਮ ਬਣਨਾ ਹੈ, ਜੇ ਸੱਚੀ ਸ੍ਰੇਸ਼ਟ ਬਣਨਾ ਹੈ, ਤਾਂ ਕੱਲੀਆਂ ਗੱਲਾਂ ਨਾਲ ਜਾਂ ਕੱਲੇ ਲਿਬਾਸ ਪਾਉਣ ਨਾਲ ਜਾਂ ਕੁਝ ਚਿੰਨ੍ਹ ਧਾਰਨ ਕਰਨ ਨਾਲ ਕੋਈ ਉੱਚਾ ਨਹੀਂ ਹੁੰਦਾ। ਉਹਦੇ ਨਾਲ ਆ ਕਿਰਦਾਰ ਵੀ ਜੀਣਾ ਪਏਗਾ, ਆ ਗੁਣ ਵੀ ਤੁਹਾਡੇ ਪੱਲੇ ਹੋਣੇ ਚਾਹੀਦੇ ਆ ਜੀ। ਪਹਿਲਾ ਤੀਜਾ। ਨੌਵੀਂ ਨੇਮ ਸਤ ਜੇ ਕਰੈ, ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਵਾਹ। ਦਸਵੀਂ ਦਸੇ ਦਵਾਰ ਜੇ ਠਾਕੈ, ਏਕਾਦਸ਼ੀ ਏਕ ਕਰ ਜਾਣੈ। ਦੁਆਦਸ਼ੀ ਪੰਚ ਵਸਗਤ ਕਰ ਰੱਖੈ, ਤੋ ਨਾਨਕ ਮਨ ਮਾਨੈ। ਐਸਾ ਵਰਤ ਰਹੀ ਜੈ ਪਾਲੇ, ਹੋਰ ਬਹੁਤ ਸਿੱਖ ਕਿਆ ਦੀਜੈ। ਵਾਹ ਵਾਹ। ਹੋੜੀ ਉਪਦ ਰਾਜੇ ਰੰਗ ਰਾਏ, ਸੰਤਹਿ ਬਿਖ ਮਾਇਆ। ਕਰ ਕਰ ਹੇਤ ਬਧਾਈ ਦੇ, ਪਰ ਦਰਬ ਚੁਰਾਇਆ। ਪੁੱਤਰ ਕਲਤਰ ਨਾ ਵਿਸ ਹੈ, ਬੋ ਪ੍ਰੀਤ ਲਗਾਇਆ।
देखदियां ही माया धो गई, पछतै पछताया। जमदर बदे मारिए नानक हर पाया। श्लोक महिला पहला। ज्ञान विहुणा गावे गीत, भुखे मुला करे मसीत। मखट्टो होए कै कन पड़ाए, फकर करे होर जात गवाए। गुर पीर सदाए मंगण जाए, ताकै मूर न लगिए पाए। काल खाए किछ हथों दे, नानक राह पछाण से। महिला पहला। मनो ते अंधे कूप, कहया बिरद ना जाननी। मन अंधे उंधे कवल, दिसन खरे करू। इक कह जाने कहया बुझे, ते नाल सुखड़ सुरू। इक ना नाद ना वेद ना गी रस, रस कस ना जानंत। इक ना सुध ना बुध ना अकल सर, अखर का प्यो ना रहंत। नानक से नर सुध खर, जे बिन गुण गर्भ करंत। ठीक है जी। महाराज ने बहुत सख्त ताड़ना की। आख्या जी आ हालत है ना, जिहड़ी आ हालत जिहड़ी उत्ते श्लोक च बयान की आ, महाराज कहंदे पता कख नहीं, जानदा कख नहीं, कोई गल पल्ले नहीं। आरंभ च वेखो, मनो जे अंधे कूप, जेड़े मनो अन्ने आ ना, अन्ने कूप अन्ने, पूरे जबरदस्त अन्ने आ। बिरद ना जाननी, कहिया बिरद ना जाननी, आखियां भी फर्ज की पछाण नहीं करते। आखियां भी कहिया क्यों नहीं करते? क्योंकि मन अंधा है, इन्हां दे मन ही अन्ने आ। ऊंधा कमल, इन्हां दे हिरदे भी पुठे आ। दिसन खरे करूप, ये बड़े भैड़े आ, ये सोहणे नहीं, बड़े भैड़े आ। एक पक्ष होर लियांदा, आखण लगे एक कह जाने, एक कहना जानते आ। कहया बुझे, आखे होए नूं बुझना जानते आ। ते नाल सुघड़ स्वरूप, ये सोहणे भी आ, ਜਿਹੜੇ ਕਹਿਣਾ ਵੀ ਜਾਣਦੇ ਆ ਤੇ ਕਹੇ ਹੋਏ ਨੂੰ ਬੁੱਝਣਾ ਵੀ ਜਾਣਦੇ ਆ। ਇੱਕ ਉਹ ਨੇ ਜਿਹੜੇ ਆਖਿਆਂ ਵੀ ਕੁਝ ਨਹੀਂ ਜਾਣਦੇ। ਇਹ ਸਭ ਤੋਂ ਭੈੜੇ ਤੇ ਕਰੂਪ ਆ। ਦੋ ਪੱਖ ਹੋਏ। ਫਿਰ ਮਹਾਰਾਜ ਨੇ ਅੱਗੇ ਆਖਿਆ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ, ਨਾ ਕੋ ਗਿਆਨ ਧਿਆਨ, ਨਾ ਕੋ ਸੰਗੀਤ, ਨਾ ਅੱਖਰ, ਨਾ ਅਕਲ, ਨਾ ਬੁੱਧ, ਕੱਖ ਨਹੀਂ ਇਹਨਾਂ ਕੋਲ। ਤੇ ਅਖੀਰ ਤੇ ਪਤਾ ਮਹਾਰਾਜ ਕੀ ਆਂਦੇ ਆ, ਨਾਨਕ ਸੇ ਨਰ ਅਸਲ ਖਰ। हे ਨਾਨਕ ਉਹ ਬੰਦੇ ਅਸਲ ਖੋਤੇ ਆ ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਕਿਸੇ ਕਾਰਨ ਹੀ ਹੰਕਾਰ ਚੁੱਕੀ ਫਿਰਦੇ ਆ। ਜਿਹੜੇ ਬਿਨਾਂ ਕਿਸੇ ਕਾਰਨ ਹੀ ਹੰਕਾਰ ਚੁੱਕੀ ਫਿਰਦੇ ਆ। ਨਾਨਕ ਸੇ ਨਰ ਅਸਲ ਖਰ, ਅਸਲ। ਜਾਂ ਬਾਕੀ ਤਾਂ ਜਿਹੜੇ ਉਹ ਚਾਰ ਪੈਰਾਂ ਵਾਲੇ ਗਧੇ ਤੁਰੇ ਫਿਰਦੇ ਉਹ ਤਾਂ ਆਪਣੇ ਥਾਂ ਹੈਗੇ ਆ, ਪਰ ਅਸਲ ਜੇ ਦੇਖਣੇ ਆ ਤਾਂ ਆ ਦੇਖੋ, ਇਹ ਅਸਲ ਨੇ, ਇਹ ਅਸਲ ਨੇ। ਤਾਂ ਬਿਨਾਂ ਕਾਰਨ ਬਿਨਾਂ ਵਜ੍ਹਾ ਹੰਕਾਰ ਸਿਰ ਤੇ ਚੁੱਕੀ ਫਿਰਦੇ ਨੇ। ਤੋ ਇਹ ਸ਼ਲੋਕ ਜਿਹੜਾ ਅਸੀਂ ਪੜ੍ਹ ਰਹੇ ਹਾਂ ਮਹਾਰਾਜ ਜੀ ਦਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ 2 ਵਾਰੀ ਮਿਲੇਗਾ ਸਭ। ਇੱਥੇ ਅਸੀਂ ਪੜ੍ਹ ਰਹੇ ਹਾਂ ਮਨੋ ਜੇ ਅੰਧੇ ਕੂਪ। ਦੂਜੀ ਵਾਰੀ ਜਦੋਂ ਸ਼ਲੋਕ 12 ਤੇ ਵਧੀਕ 'ਚ ਦੇਖਾਂਗੇ ਉੱਥੇ ਸਾਨੂੰ ਮਿਲੇਗਾ ਮਨੋ ਜੇ ਅੰਧੇ ਕੂਪ। ਇੱਥੇ ਅਖੀਰ ਤੇ ਅਸੀਂ ਪੜ੍ਹ ਰਹੇ ਹਾਂ ਨਾਨਕ ਸੇ ਨਰ ਅਸਲ ਖਰ। ਉੱਥੇ ਅਸੀਂ ਪੜ੍ਹਦੇ ਹਾਂ ਨਾਨਕ ਤੇ ਨਰ ਅਸਲ ਖਰ। ਬਾਕੀ ਸਾਰਾ ਸ਼ਲੋਕ ਇਸੇ ਤਰ੍ਹਾਂ ਹੀ ਆ। ਹਾਂਜੀ। ਪੌੜੀ ਗੁਰਮੁਖ ਸਭ ਪਵਿੱਤ ਹੈ, ਤਨ ਸੰਪੈ ਮਾਇਆ। ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ। ਜੋ ਹਰ ਨਾਮ ਧਿਆਏ ਦੇ
जे होर चित न आवई, हर नाम समाया। श्लोक महिला चौथा। सतगुर सेवन सेवट भागी, सच्चे शब्द जिना एक जब लागी। ग्रह कुटुंब मैं सहज समाधि, नानक नाम रते से सच्चे बैरागी। महिला चौथा। गणत सेव न होवई, कीता थाए ना पाए। शब्द साधना आयो, सच न लगो भाओ। सतगुर प्यारा ना लगई, मन हठ आवे जाए। जे एक विख अगाहा भरे, ता 10 विखा पिछा जाए। सतगुर की सेवा चाकरी, जे चलै सतगुर पाए। आप गवाए सतगुरु नो मिलै, सहजे रह समाए। आप गवाए सतगुरु नो मिलै, सहजे रह समाए। नानक तेरा नाम ना विसरै, सच्चे मेल मिलाए। पौड़ी। ਆਪ ਜੀ ਨੇ ਨੋਟ ਕਰਨਾ ਜੀ, ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ। ਇੱਥੇ ਵੀ ਗੁਰੂ ਰਾਮਦਾਸ ਜੀ ਦਾ ਇਹ ਸ਼ਲੋਕ ਹੈ, ਗਣਤੈ ਸੇਵ ਨਾ ਹੋਵਈ। ਗਣਤੈ ਤੇ ਇਹਦੇ ਅਰਥ ਹੈ ਲੇਖਾ ਕੀਤਿਆਂ, ਦੱਸ ਕੇ ਗਿਣਤੀਆਂ ਕੀਤਿਆਂ। ਗਣਤੈ ਸੇਵ ਨਾ ਹੋਵਈ, ਕੀਤਾ ਥਾਏ ਨਾ ਪਾਏ। ਜੇ ਗਿਣਤੀਆਂ ਕਰਕੇ ਤੁਸੀਂ ਕੁਝ ਕਰ ਰਹੇ ਹੋ ਤਾਂ ਮਹਾਰਾਜ ਕਹਿੰਦੇ ਇਹ ਥਾਏ ਨਹੀਂ ਪੈਣਾ। ਉਹਦੇ ਨਾਲ ਨੁਕਸਾਨ ਕੀ ਹੋਏਗਾ? ਗਿਣਤੀਆਂ ਵਾਲੇ ਚੱਕਰ 'ਚ ਪੈ ਕੇ ਨੁਕਸਾਨ ਕੀ ਹੋਏਗਾ? ਸ਼ਬਦ ਹੈ ਸਾਧ ਨਾ ਆਇਓ, ਸਵਾਦ ਰਸ ਇਹ ਨਹੀਂ ਆਏਗਾ। ਸੱਚ ਨਾ ਲੱਗੋ ਭਾਓ, ਸੱਚ ਵਿੱਚ ਪਿਆਰ ਨਹੀਂ ਲੱਗ ਸਕਦਾ। ਸਤਿਗੁਰ ਪਿਆਰਾ ਨਾ ਲੱਗੇ, ਸਤਿਗੁਰੂ ਪਿਆਰਾ ਨਹੀਂ ਲੱਗੇਗਾ। ਮਨ ਹਠ ਆਵੇ ਜਾਏ, ਬਸ ਮਨ ਦਾ ਹਟਿਆ, ਬਸ ਆਉਣ ਜਾਣ ਇੱਕ ਬਣਿਆ ਹੋਇਆ, ਹੋਰ ਕੱਖ ਨਹੀਂ ਪੱਲੇ ਪਏਗਾ। ਫਿਰ ਮਹਾਰਾਜ ਕਹਿੰਦੇ ਜੇ ਇੱਕ ਵਿਖ ਅਗਾਹਾਂ ਭਰੇ, ਜੇ ਇੱਕ ਕਦਮ ਅਗਾਂਹ ਨੂੰ ਰੱਖਦਾ ਤਾਂ 10 ਵਿਖਾਂ ਪਿਛਾਹਾਂ ਜਾਏ, ਤਾਂ 10 ਕਦਮ ਪਿਛਾਂ ਨੂੰ ਚਲੇ ਜਾਂਦਾ ਆ। ਇਹ ਗਿਣਤੀਆਂ ਕਰਨ ਦੇ ਨੁਕਸਾਨ ਆ। ਉਹ ਮਹਾਰਾਜ ਕਹਿੰਦੇ ਕਿਤੇ ਵੀ ਸਫਲ ਨਹੀਂ ਹੋ ਸਕਦਾ ਬੰਦਾ। ਇਹ ਤਾਂ ਸਗੋਂ ਹੋਰ ਪਿਛਾਂ ਡਿੱਗਣ ਵਾਲੀ ਗੱਲ ਬਣ ਜਾਏਗੀ। ਇੱਕ ਕਦਮ ਅਗਾਂਹ ਨੂੰ ਪੁੱਟਿਆ, 10 ਕਦਮ ਪਿਛਾਂ ਜਾ ਡਿੱਗੇ। ਮਹਾਰਾਜ ਕਹਿੰਦੇ ਕਿਹੋ ਜਿਹੀ ਸਫਲਤਾ ਹੋਈ, ਇਹ ਕਿਹੋ ਜਿਹੀ ਸੇਵਾ ਹੋਈ, ਇਹ ਕਾਹਦੀ ਪ੍ਰਾਪਤੀ ਹੋਈ। ਅਗਾਂਹ ਵਧਣ ਦੀ ਥਾਂ ਤੇ 10 ਕਦਮ ਹੋਰ ਪਿੱਛੇ ਚਲੇ ਜਾਣਾ, ਇਹਨੂੰ ਤਾਂ ਸੇਵਾ ਨਹੀਂ ਕਿਹਾ ਜਾ ਸਕਦਾ ਨਾ। ਇਸ ਕਰਕੇ ਮਹਾਰਾਜ ਜੀ ਨੇ ਇੱਕ ਵਾਰੀ ਨਹੀਂ, ਬਾਣੀ 'ਚ ਬਹੁਤ ਵਾਰੀ ਇਸ ਗੱਲ ਤੋਂ ਵਰਜਿਆ, ਭਾਈ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਤੁਸੀਂ ਨਾ ਪਾਓ। ਤੁਸੀਂ ਜੋ ਕਰਨਾ ਥੋੜ੍ਹਾ ਕਰ ਲਓ, ਸੰਭਲ ਕੇ ਕਰੋ, ਸਮਝ ਕੇ ਕਰੋ, ਵਿਚਾਰ ਕੇ ਕਰੋ, ਧਿਆਨ ਨਾਲ ਕਰੋ, ਆਪਣੀ ਜ਼ਿੰਦਗੀ ਅੰਦਰ ਧਾਰਨ ਕਰੋ, ਤਾਂ ਹੀ ਉਹਦਾ ਫਾਇਦਾ ਹੋਏਗਾ। ਹਾਂਜੀ। ਪੌੜੀ। ਖਾਨ ਮਨੁੱਖ ਕਹਾਏ ਦੇ, ਕੋ ਰਹਿਣ ਨਾ ਪਾਈ। ਗੜ ਮੰਦਰ ਗੱਚ ਕੀਰੀਆਂ, ਕਿਛ ਸਾਥ ਨਾ ਜਾਈ। ਸੋਇਨ ਸਾਖਤ ਪਾਉਣ ਵੇਗ, ਤ੍ਰਿਗ ਤ੍ਰਿਗ ਚਤੁਰਾਈ। ਛਤੀ ਅੰਮ੍ਰਿਤ ਪ੍ਰਕਾਲ ਕਰੈ, ਬਹੁ ਮਹਿਲ ਬਧਾਈ। ਨਾਨਕ ਜੋ ਦੇਵੈ ਤਿਸੈ ਨਾ ਜਾਣਨੀ, ਮਨ ਮੁਖ ਦੁਖ ਪਾਈ। ਸ਼ਲੋਕ ਮਹਿਲਾ ਤੀਜਾ। ਪੜ ਪੜ ਪੰਡਿਤ ਮੋਨੀ ਥੱਕੇ, ਦੇ ਸੰਤਰ ਪਰ ਥੱਕੇ ਭੇਖ ਧਾਰੀ। ਦੂਜੈ ਭਾਏ ਨਾਉ ਕਦੇ ਨਾ ਪਾਇਨ, ਦੁਖ ਲਾਗਾ ਅਤ ਭਾਰੀ। ਮੂਲ ਖੰਡੇ ਤ੍ਰੈ ਗੁਣ ਸੇਵੈ, ਮਾਇਆ ਕੈ ਬਿਵਹਾਰੀ। ਅੰਦਰ ਕਪਟ ਉਦਰ ਭਰਨ ਕੈ ਤਾਈ, ਪਾਠ ਪੜੈ ਗਾਵਾਰੀ। ਵਾਹ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਹੋਮੈ ਵਿੱਚੋਂ ਮਾਰੀ। ਨਾਨਕ ਪੜਨਾ ਗੁਣਨਾ ਇਕ ਨਾਉ ਹੈ, ਬੁਝੈ ਕੋ ਵਿਚਾਰੀ। ਮਹਿਲਾ ਤੀਜਾ। ਨਾਂਗੇ ਆਵਣਾ ਨਾਂਗੇ ਜਾਣਾ, ਹਰ
हुक्म पाया क्या कीजै, जिसकी वस्त सोई ले जाएगा, रोस किसै स्यों कीजै। गुरमुख होवे सो भाना मन्ने, सहजे हर रस पीजै। नानक सुख दाता सदा सलाहियो, रसना राम रविजै। पौड़ी गढ़ काया श्रृंगार बहु भांत बनाई, रंग पुरंग कति थया, पहरै थर माई। लाल सफेद दुलीजिया बहु सभा बनाई, दुख खाना दुख भोगना, गरबै गरबाई। नानक नाम न चेत्यो, अंत ले छड़ाई। श्लोक महिला तीजा। सहजे सुख सुती शब्द समाए, आपे प्रभ मेर लई गल लाए। दुविधा चुकी सहज सुहाए, अंतर नाम वसया मन आए। से कंठ लाए जे भन कढ़ाए, नानक जो तुर मिले, से हुन आन मिलाए। पहला तीजा। जिनी नाम विसारिया, क्या जप जप होर। बिस्ता अंदर कीट से, मुठे धंधे चोर। नानक नाम न विसरै, झूठे लालच हो। पौड़ी नाम सलाहन नाम मन, अस्थिर जग सोई। हृदय हर हर चितवै, दूजा नहीं कोई। रोम रोम हर उचरै, खिन खिन हर सोई। गुरमुख जन्म सकार था, निर्मल मन खोई। नानक जीवदा प्रभ पुरख त्याया, नानक जीवदा पुरख त्याया, अमरापद होई। श्लोक महिला तीजा। जिनी नाम विसारिया, बहु कर्म कमावे होर। नानक जमपुर बदे मारिए, जो सन्नी उपर चोर। महिला पंजवा। तरत सुहावनी आकाश सुहंदा, जपंदिया हर नाम। नानक नाम विहुणिया, तिन तन खावे गाँव। ਧਰਤ ਸੁਹਾਵੜੀ ਆਕਾਸ਼ ਸੁਹੰਦਾ, ਜਪੰਦਿਆਂ ਹਰ ਨਾਉ। ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਧਿਆਨ ਨਾਲ ਪੜ੍ਹਦੇ ਹਾਂ, ਸਾਨੂੰ ਸਾਰੇ ਪੱਖ ਬਾਣੀ ਵਿੱਚੋਂ ਆਪਾਂ ਪਹਿਲਾਂ ਵੀ ਇੱਕ ਦਿਨ ਵਿਚਾਰ ਕਰ ਚੁੱਕੇ ਹਾਂ। ਬਹੁਤ ਸਾਰੀ ਵਿਆਖਿਆ ਸਾਨੂੰ ਬਾਣੀ ਵਿੱਚੋਂ ਮਿਲਦੀ ਆ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਚਾਹੇ। ਸੇ ਜੰਤ ਪਏ ਹਰਿਆਵਲੇ। ਫਿਰ ਆਪਾਂ ਰਹਿਰਾਸ 'ਚ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਕਾਸ਼ਟ ਦਾ ਅਰਥ ਹੈ ਲੱਕੜ। ਸੁੱਕੀ ਲੱਕੜ ਵਰਗਾ ਜੀਵਨ ਵੀ ਹਰਿਆ ਹੋ ਜਾਂਦਾ ਆ ਜਦੋਂ ਅਸੀਂ ਸੰਗਤ ਨਾਲ ਮਿਲਦੇ ਹਾਂ, ਗੁਰੂ ਦੀ ਸੰਗਤ ਨਾਲ। ਹੁਣ ਅਸੀਂ ਇਹ ਸ਼ਲੋਕ ਪੜ੍ਹ ਰਹੇ ਹਾਂ ਤਾਂ ਸਾਡੇ ਸਾਹਮਣੇ ਆ ਰਿਹਾ ਧਰਤ ਸੁਹਾਵੜੀ, ਆਕਾਸ਼ ਸੁਹੰਦਾ, ਜਪੰਦਿਆਂ ਹਰ ਨਾਉ। ਅਗਲੀ ਲਾਈਨ ਆ ਰਹੀ, ਨਾਨਕ ਨਾਮ ਵਿਹੂਣਿਆ, ਤਿੰਨ ਤਨ ਖਾਵੇਂ ਕਾਉ। ਹੁਣ ਸ਼ਲੋਕ ਨੂੰ ਅਸੀਂ ਪੜ੍ਹ ਤਾਂ ਲਿਆ। ਧਰਤ ਸੁਹਾਵੜੀ, ਹਿਰਦੇ ਦੀ ਧਰਤੀ ਸੋਹਣੀ ਹੋ ਜਾਂਦੀ ਆ। ਆਕਾਸ਼ ਸੁਹੰਦਾ, ਉਹਨਾਂ ਦਾ ਦਿਮਾਗ, ਉਹਨਾਂ ਦਾ ਗਗਨ, ਉਹਨਾਂ ਦੀ ਮੱਤ ਸੋਹਣੀ ਹੋ ਜਾਂਦੀ ਆ। ਜਪੰਦਿਆਂ ਹਰ ਨਾਉ, ਹਰੀ ਦਾ ਨਾਮ ਜਪਦਿਆਂ ਭਾਈ ਹਿਰਦੇ ਦੀ ਧਰਤੀ ਔਰ ਦਿਮਾਗ ਸੋਹਣਾ ਹੋ ਜਾਂਦਾ ਆ। ਨਾਨਕ ਨਾਮ ਵਿਹੂੜਿਆ, ਤਿੰਨ ਤਨ ਖਾਵੇਂ ਕਾਉ। ਹੇ ਨਾਨਕ,
ਜਿਹੜੇ ਨਾਮ ਵਿਹੂਣੇ ਆ ਨਾ, ਨਾਮ ਵਿਹੂਣੇ, ਜਿਨ੍ਹਾਂ ਦੇ ਕੋਲ ਨਾਮ ਨਹੀਂ, ਗੁਰੂ ਦੀ ਮੱਤ ਨਹੀਂ, ਇਹਨਾਂ ਦੇ ਤਨ ਕਾਂ ਖਾਂਦੇ ਆ, ਯਾਨੀ ਇਹਨਾਂ ਨੂੰ ਵਿਕਾਰਾਂ ਦੀਆਂ ਚੁੰਝਾਂ ਸਹਿਣੀਆਂ ਹੀ ਪੈਂਦੀਆਂ। ਇਹ ਵਿਕਾਰਾਂ ਦੀਆਂ ਚੁੰਝਾਂ ਸਹਿੰਦੇ ਹੀ ਸਹਿੰਦੇ ਆ। ਤਾਂ ਮਹਾਰਾਜ ਜੀ ਨੇ ਜਦੋਂ ਇਹ ਬਖਸ਼ਿਸ਼ ਕੀਤੀ ਆ, ਤੇ ਆਪਾਂ ਪਿੱਛੇ ਵੀ ਇੱਕ ਸ਼ਲੋਕ ਪੜ੍ਹਿਆ, ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜਿਉ ਪਿਆਂ ਤਉ ਸ਼ਰਣੀ। ਮਨ ਤਾਂ ਹੀ ਸੋਹਣਾ ਹੁੰਦਾ ਜਦੋਂ ਤੇਰੀ ਸ਼ਰਨ ਪੈ ਜਾਈਏ। ਪੈਰ ਉਦੋਂ ਹੀ ਸੋਹਣੇ ਬਣਦੇ ਆ ਜਦੋਂ ਤੇਰੇ ਮਾਰਗ ਤੇ ਚੱਲ ਪੈਣ। ਮੂੰਹ ਉਦੋਂ ਹੀ ਸੋਹਣਾ ਬਣਦਾ ਆ ਜਦੋਂ ਤੇਰਾ ਨਾਮ ਜਪੇ। ਤਾਂ ਮਹਾਰਾਜ ਨੇ ਬੜੀਆਂ ਸਾਰੀਆਂ ਐਸੀਆਂ ਪਿਆਰੀਆਂ ਬਾਤਾਂ ਸਾਨੂੰ ਬਖਸ਼ਿਸ਼ ਕੀਤੀਆਂ। ਹਾਂਜੀ। ਪੌੜੀ ਨਾਮ ਸਲਾਹਨ ਭਾਉ ਕਰ, ਨਿਜ ਮਹਿਲੀ ਵਾਸਾ, ਓਏ ਬਾਹੁਲ ਚੋਣ ਨਾਮਣੀ, ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਬ ਰਹੇ, ਸਭ ਸਾਸ ਗਿਰਾਸਾ। ਹੱਕ ਆਨੰਦ ਕਦੇ ਨਾ ਉਤਰੈ, ਗੁਰਮੁਖ ਪ੍ਰਗਾਸਾ। ਓਏ ਕਿਰਪਾ ਕਰਕੇ ਮਿਲਨ, ਨਾਨਕ ਹਰ ਪਾਸਾ। ਸ਼ਲੋਕ ਮਹਿਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਸ਼ਬਦੈ ਸਾਧਨਾ ਵਈ, ਨਾਮ ਨਾ ਲੱਗੈ ਪਿਆਰ। ਸੇਵਾ ਥਾਇ ਨਾ ਪਵਈ ਤਿਸ ਕੀ, ਖਪ ਖਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਪਾਣਾ ਮੰਨ ਲੈ, ਸ਼ਬਦ ਰਖੈ ਉਤਾਰ। ਮਹਿਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ, ਜੋ ਖਸਮੈ ਭਾਵੈ। ਆਪੇ ਬਖਸ਼ੇ ਮੇਰ ਨੇ, ਆਪਤ ਗਵਾਵੈ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੈ। ਨਾਨਕ ਗੁਰ ਪ੍ਰਸਾਦੀ ਸੋ ਬੁੱਝ ਸੀ, ਜਿਸ ਆਪ ਬੁਝਾਵੈ। ਪੌੜੀ ਸਭ ਕੋ ਲੇਖੇ ਵਿੱਚ ਹੈ, ਮਨਮੁਖ ਅਹੰਕਾਰੀ। ਹਰ ਨਾਮ ਕਦੇ ਨਾ ਚੇਤਈ, ਜਮਕਾਰ ਸਿਰ ਮਾਰੀ। ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਮਾਰਗ ਬਿਖਮੰਡਲਾ ਬਣਾ, ਕਿਉ ਤਰੀਐ ਤਾਰੀ। ਨਾਨਕ ਗੁਰ ਰਾਖੇ ਸੇ ਉਪਰੇ, ਹਰ ਨਾਮ ਉਧਾਰੀ। ਸ਼ਲੋਕ ਮਹਿਲਾ ਤੀਜਾ। ਬਿਨ ਸਤਿਗੁਰ ਸੇਵੇ ਸੁਖ ਨਹੀਂ, ਮਰ ਜਨੈ ਵਾਰੋ ਵਾਰ। ਮੋਠ ਗੋਲੀ ਪਾਈਆਂ, ਬਹੁਤ ਦੂਜੈ ਪਾਏ ਵਿਕਾਰ। ਇੱਕ ਗੁਰ ਪ੍ਰਸਾਦੀ ਉਪਰੇ, ਤਿਸ ਜਨ ਕੋ ਕਰੈ ਸਭ ਨਮਸਕਾਰ। ਨਾਨਕ ਅੰਦਰ ਨਾਮ ਧਿਆਏ ਤੋ, ਅੰਤਰ ਜਿਤ ਪਾਵੈ ਮੋਖ ਦੁਆ। ਨਾਨਕ ਅੰਦਰ ਨਾਮ ਧਿਆਏ ਤੂੰ, ਅੰਤਰ ਠੀਕ ਜਿਤ ਪਾਵੈ ਮੋਖ ਦੁਆ। ਮਹਿਲਾ ਤੀਜਾ। ਮਾਇਆ ਮੋਹ ਵਿਸਾਰਿਆ, ਸੱਚ ਵਰਣਾ ਹਰ ਨਾਮ। ਧੰਦਾ ਕਰਦਿਆਂ ਜਨਮ ਗਿਆ, ਅੰਦਰ ਦੁੱਖ ਸਹਾਮ। ਨਾਨਕ ਸਤਿਗੁਰ ਸੇਵ ਸੁਖ ਪਾਇਆ, ਜਿਨ ਪੂਰਬ ਲਿਖਿਆ ਕਰਾਮ। ਪੌੜੀ ਲੇਖਾ ਪੜੀਐ ਹਰ ਨਾਮ, ਫਿਰ ਲੇਖ ਨਾ ਹੋਈ। ਪੁੱਛ ਨਾ ਸਕੈ ਕੋਏ, ਹਰ ਦਰ ਸਦ ਢੋਈ। ਜਮ ਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਪੂਰੇ ਗੁੱਟੇ ਮਹਿਲ ਪਾਇਆ, ਪਤ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵਜਦੇ, ਮਿਲਿਆ ਹਰ ਸੋਈ। ਸ਼ਲੋਕ ਮਹਿਲਾ ਤੀਜਾ। ਗੁਰ ਕਾ ਕਹਿਆ ਜੇ ਕਰੇ, ਸੁਖ
सुखी हूँ सुख सार। गुर की करनी भाव भाव कटिए, गुर की करनी भाव कटिए, नानक पावै पार। महला तीजा सत पुराना ना थिए, नाम ना महला होए। गुर के भाने जे चले, बोल ना आम न होए। नानक नाम विसारे, आमन जाना दोए। पौड़ी मंगत जन जाचे दान, हर देव सुभाए। हर दर्शन की प्यास है, दर्शन तृप्ताय। खिन पल घड़ी ना जीवूं, बिन देखे मरा माए। सतगुर नाल दिखा लिया, रब रहा सब थाए। सुतिया आप उठार दे, नानक लिवलाय। श्लोक महला तीजा। मनमुख बोल ना जाननी, ओना अंदर काम क्रोध अहंकार। थाओ कुथाओ ना जाननी, सदा चित में विकार। दरगाह लेखा मंगिए, ओथे होए कूड़िया। आपे सृष्ट पाइयन, आप करे विचार। नानक किसनो आखिए, सब बतै आप सचियार। महला तीजा। हर गुरमुख तिनी आराध्या, जिन कर्म प्राप्त होए। नानक हो बलिहारी तिन को, जिन हर मन वसिया सो। पौड़ी आस करे सब लोग, बहु जीवन जानिया। नित जीवन को चित, गढ़ मंडप सवारिया। वंच करो पाव, माया हिर आनिया। जब काल निहाले सास, आप कटै बेतालिया। नानक गुर शरनाई उबरे, हर गुर रखवालिया। श्लोक महला तीजा। पर पर पंडित बात बखान दे, माया मोह सुआय। तुझे पाए नाम विसारिया, मन मूर्ख मिलै सजाय। जिन कीते तिसै ना सेवनी, देता रिज़्क़ समाए। जम का फाहा गलों ना कटिए, फिर आवह जाए। जिनको पूरब लिखिया, सतगुर मिलिया तिन आए। हण दिल नाम ते आए ले, नानक सत समाए। महला तीजा। सत वड़दे सत सेवंदे, जे गुरमुख पैरी पाए। नानक गुर कै भाणै, जे चलै सहजे सत समाए। पौड़ी आसा विच अत दुख घना, मन मुख चित लाया। गुरमुख भय निरास, परम सुख पाया। विचे ग्रह उदास, अलिपत लिव लाया। ओना सोग विजोग ना व्यापई, हर भाना पाया। नानक हर सेती सदा रव रहे, तुर ले मिलाया। श्लोक महला तीजा। पराई अमान क्यों रखिए, दिती ही सुख होए। गुर का शब्द गुर थे टिकै, होर थे प्रगट ना होए। अन्ने वस मानक पाया, कर कर विचन जाए। ओना पुरख ओना परख ना आवई, अड ना पल्ले पाए। जे आप परख ना आवई, ता पारखियां थावों लयो परखाए। जे उस नाल चित लाए, ना मत लहै, ना नित पल्ले पाए। घर होंदा
ਧਨ ਜਗ ਭੁੱਖਾ ਹੋਆ, ਬਿਨ ਸਤਿਗੁਰ ਸੋਧੀ ਨਾ ਹੋਏ। ਸ਼ਬਦ ਸੀਤਲ ਮਨ ਤਨ ਵਸੈ, ਤਿਥੈ ਸੋਗ ਵਿਜੋਗ ਨਾ ਕੋਇ। ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਨਾਏ। ਨਾਨਕ ਬਿਨ ਬੂਝੇ ਕਿਨੈ ਨਾ ਪਾਇਓ, ਫਿਰ ਆਵੈ ਜਾਏ। ਮਹਿਲਾ ਤੀਜਾ। ਮਨ ਆਨੰਦ ਪਾਇਆ, ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਜੋ ਧੁਰ ਮਿਲੇ ਨਾ ਵਿਛੁੜੈ ਕਬਹੂ, ਜੇ ਆਪ ਮੇਲੇ ਕਰਤਾਰੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁਖ ਨਿਵਾਰੇ। ਆਸੁਖ ਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰ ਤਾਰੇ। ਮਾਨੁਖ ਦਿਨ ਕੀ ਬਖੀਲੀ ਕੇ ਕਰੇ, ਜੇ ਸੱਚੇ ਸ਼ਬਦ ਸਵਾਰੇ। ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ, ਸ਼ਰਨਾਗਤ ਪਏ ਗੁਰਦੁਆਰੇ। ਨਾਨਕ ਗੁਰਮੁਖ ਸੇ ਸੁਹੇਲੇ ਪਏ, ਮੁਖੀ ਉਜਲ ਦਰਬਾਰੇ। ਪੌੜੀ। ਇਸਤਰੀ ਪੁਰਖੈ ਬੋ ਪ੍ਰੀਤ, ਮਿਲ ਮੋਹ ਵਧਾਇਆ। ਪੁੱਤਰ ਕਲਤਰ ਨਿਤ ਵੇਖੈ, ਵਿਗਸੈ ਮੋਹ ਮਾਇਆ। ਦੇਸ ਪ੍ਰਦੇਸ ਧਨ ਚੋਰਾਏ, ਆਨ ਮੋਹ ਪਾਇਆ। ਅੰਤ ਹੋਵੇ ਵੈਰ ਵਿਰੋਧ, ਕੋ ਸਕੈ ਨਾ ਛਡਾਇਆ। ਨਾਨਕ ਬਿਨ ਨਾਮੈ ਤ੍ਰਿਗ ਮੋਹ, ਜਿਤ ਲਗ ਦੁਖ ਪਾਇਆ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੈ ਸਭ ਭੁਖ ਜਾਏ। ਤ੍ਰਿਸ਼ਨਾ ਨੂੰ ਨਾ ਹੋਵਈ, ਨਾਮ ਵਸੈ ਮਨ ਆਏ। ਬਿਨ ਨਾਮੈ ਜੇ ਹੋਰ ਖਾਣਾ, ਤਿਤ ਰੋਗ ਲਗੈ ਤਨ ਧਾਏ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲੈ ਮਿਲਾਏ। ਮਹਿਲਾ ਤੀਜਾ। ਜੀਆਂ ਅੰਦਰ ਜੀਉ ਸ਼ਬਦ ਹੈ, ਜਿਤ ਸਹਿ ਮੈਲ ਮੇਰਾਵਾ ਹੋਏ। ਬਿਨ ਸ਼ਬਦੈ ਜਗ ਆਨੇਰ ਹੈ, ਸ਼ਬਦੇ ਪ੍ਰਗਟ ਹੋਏ। ਪੰਡਿਤ ਮੌਨੀ ਪੜ ਪੜ ਥਕੇ, ਭੇਦ ਤੱਕੇ ਤਨ ਧੋਏ। ਬਿਨ ਸ਼ਬਦੈ ਕਿਨੈ ਨਾ ਪਾਇਓ, ਦੁਖੀਏ ਚੱਲੇ ਰੋਏ। ਨਾਨਕ ਨਦਰੀ ਪਾਈਐ, ਕਰਮ ਪ੍ਰਾਪਤ ਹੋਏ। ਪੌੜੀ। ਇਸਤਰੀ ਪੁਰਖੈ ਅਤ ਨੇ ਬਹਿ ਮਤ ਪਕਾਇਆ। ਦਿਸਦਾ ਸਭ ਕਿਛ ਚੱਲ ਸੀ, ਮੇਰੇ ਪ੍ਰਭ ਭਾਇਆ। ਕਿਉਂ ਰਹੀਐ ਥਿਰ ਜਗ, ਕੋ ਕੱਢੋ ਪਾਇਆ। ਗੁਰਪੂਰੇ ਕੀ ਚਾਕਰੀ, ਥਿਰ ਕੰਧ ਸਵਾਇਆ। ਨਾਨਕ ਬਖਸ਼ ਮਿਲਾਇਨ, ਹਰ ਨਾਮ ਸਮਾਇਆ। ਸਾਧ ਸੰਗਤ ਜੀ, ਅਸੀਂ ਇੱਥੇ ਤੱਕ 33 ਪੌੜੀਆਂ ਦਾ ਪਾਠ ਕੀਤਾ ਔਰ ਸਾਨੂੰ 5 ਮਿੰਟ ਤੁਹਾਡੇ ਹੋਰ ਚਾਹੀਦੇ ਆ। ਇਸ ਵਾਰ ਦੀਆਂ ਸਿਰਫ 36 ਪੌੜੀਆਂ, 3 ਪੌੜੀਆਂ ਬਾਕੀ ਰਹਿੰਦੀਆਂ ਨੇ। ਕੱਲ ਨੂੰ ਅਸੀਂ ਅਗਲੀ ਵਾਰ ਵਿੱਚ ਫਿਰ ਦਾਖਲ ਹੋਵਾਂਗੇ। ਆਪ ਜੀ ਸਿਰਫ 5-7 ਮਿੰਟ ਹੋਰ ਸਾਨੂੰ ਸਹਿਯੋਗ ਬਖਸ਼ੋ ਜੀ। ਸ਼ਲੋਕ ਮਹਿਲਾ ਤੀਜਾ। ਮਾਇਆ ਮੋਹ ਵਿਸਾਰਿਆ, ਗੁਰ ਕਾ ਭਉ ਹੇਤ ਅਪਾਰ। ਮਾਇਆ ਮੋਹ, ਮਾਇਆ ਮੋਹ ਵਿਸਾਰਿਆ। ਮਾਇਆ ਮੋਹ ਤੇ ਵਿਸ਼ਰਾਮ। ਮਾਇਆ ਮੋਹ ਤੇ ਰੁਕ ਜਾਓ ਜੀ ਇੱਕ ਵਾਰੀ। ਮਾਇਆ ਮੋਹ ਵਿਸਾਰਿਆ, ਗੁਰ ਕਾ ਭਉ ਹੇਤ ਅਪਾਰ। ਲੋਭ ਲਹਿਰ ਸੁਧ ਮਤ ਗਈ, ਸੱਚ ਨ ਲੱਗੈ ਪਿਆਰ। ਗੁਰਮੁਖ ਜਿਨਾ ਸ਼ਬਦ ਮਨ ਵਸੈ, ਦਰਗਾਹ ਮੋਖ ਦੁਆਰ। ਨਾਨਕ ਆਪੇ ਮੇਲ ਲੈ, ਆਪੇ ਬਖਸ਼ਨਹਾਰ। ਮਹਿਲਾ ਚੌਥਾ। ਨਾਨਕ ਜਿਸ ਦਿਨ ਘੜੀ ਨਾ ਜੀਵਨਾ, ਵਿਸਰੈ ਸਰੈ ਨਾ ਬਿੰਦ। ਜਿਸ ਸਿਉ ਕਿਉ ਮਨ ਰੂਸੀਐ, ਜਿਸੈ ਮਾਰੀ ਜਿੰਦ। ਮਹਿਲਾ ਚੌਥਾ। ਸਾਵਣ ਆਇਆ ਜਿਮ ਜਿਮਾ, ਹਰ ਗੁਰਮੁਖ ਨਾਮ ਧਿਆਏ।
ਦੁਖ ਭੁਖ ਕਾੜਾ ਸਭ ਚੁਕਾਏ ਸੀ, ਮੀਂਹ ਮੁੱਠਾ ਛੈ ਪਰ ਲਾਏ। ਸਭ ਤਰਤ ਪਈ ਹਰਿਆਵਨੀ, ਅਨ ਜਮਿਆ ਬੋਹਲ ਲਾਏ। ਹਰ ਚਿੰਤ ਬੁਲਾਵੇ ਕਿਰਪਾ ਕਰ, ਹਰ ਆਪੇ ਪਾਵੈ ਥਾਏ। ਹਰ ਦਿਸੈ ਦਿਆਵੋ ਸੰਤ ਜਨੋ, ਜੋ ਅੰਤੇ ਲੈ ਛਡਾਏ। ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਵਸੈ ਮਨ ਆਏ। ਜਿਨਾ ਗੁਰਮੁਖ ਨਾਮ ਆਰਾਧਿਆ, ਬਿਨਾ ਦੁਖ ਭੁਖ ਲੈ ਜਾਏ। ਜਨ ਨਾਨਕ ਤ੍ਰਿਪਤੈ ਗਾਏ ਗੁਣ, ਹਰ ਦਰਸ਼ਨ ਦੇਵ ਸੁਭਾਏ। ਪੌੜੀ ਗੁਰਪੂਰੇ ਕੀ ਦਾਤ, ਨਿਤ ਦੇਵੈ ਜੜੈ ਸਵਾਈਆ। ਤੁਸ ਦੇਵੈ ਆਪ ਦਿਆਲ, ਨਾ ਛਪੈ ਛਪਾਈਆ। ਹਿਰਦੈ ਕਮਲ ਪ੍ਰਗਾਸ, ਉਨ ਮਨ ਨਿਵਲਾਈਆ। ਜੇ ਕੋ ਕਰੇ ਉਸ ਦੀ ਰੀਸ, ਸਿਰ ਛਾਈ ਪਾਈਆ। ਨਾਨਕ ਅਪੜ ਕੋਈ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆਂ। ਸ਼ਲੋਕ ਮਹਿਲਾ ਤੀਜਾ। ਅਮਰ ਮੇ ਪਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ। ਨਾ ਹੁਜਤ ਕਰਨੀ ਜਾਏ, ਆਪ ਛੋੜ ਸਰਨਾਏ ਪਵੈ। ਮਨ ਲਏ ਰਜ਼ਾਏ, ਗੁਰਮੁਖ ਜਮ ਡੰਡ ਨਾ ਲੱਗਈ। ਹਉਮੈ ਵਿੱਚੋਂ ਜਾਏ, ਨਾਨਕ ਸੇਵਕ ਸੋਈ ਆਖੀਐ। ਜੇ ਸੱਚ ਰਹਿ ਨਿਵਲਾਏ। ਮਹਿਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਉਹ ਕਰਮ ਕਮਾਵੈ, ਲੋਭ ਮੋਹ ਵਿਆਪੇ। ਹਉਮੈ ਕਦੇ ਨਾ ਚੁੱਕੈ ਫੇਰੀ। ਨਾਨਕ ਆਪ ਕਰਾਏ ਕਰਤਾ, ਜੋ ਤਿਸ ਭਾਵੈ। ਸਾਈ ਗੱਲ ਚੰਗੇਰੀ। ਪੌੜੀ ਮਹਿਲਾ ਪੰਜਵਾਂ। ਹਾਂਜੀ, ਇਹ ਚੌਥੇ ਪਾਤਸ਼ਾਹ ਜੀ ਦੀ ਵਾਰ ਹੈ। ਇਹਦੀਆਂ ਕੁੱਲ 36 ਪੌੜੀਆਂ ਨੇ। 36 ਪੌੜੀਆਂ ਦੇ ਵਿੱਚ ਆ 35 ਨੰਬਰ ਪੌੜੀ ਜਿਹੜੀ ਆ, ਇਹ ਚੌਥੇ ਪਾਤਸ਼ਾਹ ਜੀ ਦੀ ਨਹੀਂ, ਇਹ ਪੰਜਵੇਂ ਪਾਤਸ਼ਾਹ ਜੀ ਦੀ ਆ। ਬਕਾਇਦਾ ਨਾਲ ਸਰਲੇਖ ਦੇ ਦਿੱਤਾ ਗਿਆ। ਪੌੜੀ ਮਹਿਲਾ ਪੰਜਵਾਂ। ਹਾਂਜੀ। ਸੱਚ ਖਾਣਾ ਸੱਚ ਪਹਿਨਣਾ, ਸੱਚ ਨਾਮ ਆਧਾਰ। ਗੁਰਪੂਰੈ ਮਿਲਾਇਆ, ਪ੍ਰਭ ਦੇਵਨਹਾਰ। ਭਾਗ ਪੂਰਾ ਤਿਨ ਜਾਗਿਆ, ਜਪਿਆ ਨਿਰੰਕਾਰ। ਸਾਧੂ ਸੰਗਤ ਲੱਗਿਆ, ਤਰਿਆ ਸੰਸਾਰ। ਨਾਨਕ ਸਿਫਤ ਸਲਾਹ ਕਰ, ਪ੍ਰਭ ਕਾ ਜੈਕਾਰ। ਸ਼ਲੋਕ ਮਹਿਲਾ ਪੰਜਵਾਂ। ਸਭੇ ਜੀ ਸੰਭਾਲ, ਆਪਣੀ ਮਿਹਰ ਕਰ। ਅੰਨ ਪਾਣੀ ਮੁਝ ਪਾਏ, ਦੁਖ ਦਾਲਤ ਭੰਨ ਤਰ। ਅਰਦਾਸ ਸੁਣੀ ਦਾਤਾਰ, ਹੋਈ ਸੇਸਤ ਠਰ। ਲੇਵੋ ਕੰਠ ਲਗਾਏ, ਆਪਦਾ ਸਭ ਹਰ। ਨਾਨਕ ਨਾਮ ਧਿਆਏ, ਪ੍ਰਭ ਕਾ ਸਫਲ ਕਰ। ਮਹਿਲਾ ਪੰਜਵਾਂ। ਉੱਠੇ ਵੇਗ ਸੁਹਾਵਣੇ, ਹੁਕਮ ਕੀਤਾ ਕਰਤਾਰ। ਰਿਜ਼ਕ ਪਾਇਓਨ ਅਗਲਾ, ਠਾਣ ਪਈ ਸੰਸਾਰ। ਤਨ ਮਨ ਹਰਿਆ ਹੋਇਆ, ਸਿਮਰਤ ਅਗਮ ਅਪਾਰ। ਕਰ ਕਿਰਪਾ ਪ੍ਰਭ ਆਪਣੀ, ਸੱਚੇ ਸਿਰਜਣਹਾਰ। ਕੀਤਾ ਲੋੜੈ ਸੋ ਕਰੈ, ਨਾਨਕ ਸਦ ਬਲਿਹਾਰ। ਪੌੜੀ। ਵੱਡਾ ਆਪ ਗਮ ਹੈ, ਵੱਡੀ ਵਡਿਆਈ। ਗੁਰ ਸ਼ਬਦੀ ਮੇਘ ਵਿਗਸਿਆ, ਅੰਤਰ ਸ਼ਾਂਤ ਆਈ। ਸਭ ਆਪੇ ਆਪ ਵਰਤਦਾ, ਆਪੇ ਹੈ ਭਾਈ। ਆਪ ਨਾਥ ਸਭ ਰਥੀਆਂ, ਸਭ ਹੁਕਮ ਚਲਾਈ। ਨਾਨਕ ਹਰ ਭਾਵੈ ਸੋ ਕਰੇ, ਸਭ ਚੱਲੈ ਰਜ਼ਾਈ। ਆਪ ਨਾਥ ਸਭ ਨਥੀਆਂ, ਸਭ ਹੁਕਮ ਚਲਾਈ। ਨਾਨਕ ਹਰ ਭਾਵੈ ਸੋ ਕਰੇ, ਸਭ ਚੱਲੈ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।